ਮੈਂ ਆਪ ਗਵਾਹ, ਮੇਰੇ ਕੋਲ ਆ ਚੁੱਕੀ ਹੈ ਔਰਤ ਜਿਸ ਨੂੰ ਇਹ ਜਬਰੀ ਕਿਹਾ ਗਿਆ ਸੀ ਕਿ ਤੇਰਾ ਪਤੀ ਨਪੁੰਸਕ ਹੈ ਤਾਂ ਤੂੰ ਦਿਓਰ ਨਾਲ ਰਾਤ ਗੁਜ਼ਾਰ, ਜੇ ਉੱਥੋਂ ਵੀ ਨਹੀਂ ਹੋਏਗਾ ਤਾਂ ਸਹੁਰੇ ਨਾਲ ਰਾਤ ਗੁਜ਼ਾਰ। ਅਸੀਂ ਤਾਂ ਇਹ ਇੱਜ਼ਤ ਰੱਖੀ ਹੈ ਪੰਜਾਬ ਦੇ ਵਿੱਚ ਔਰਤ ਦੀ। ਪੰਜਾਬੀ ਹੁੰਨੇ ਆ, ਅਸੀਂ ਸਪਰਮ ਡੋਨੇਟ ਕਰਾਂਗੇ ਕਿਉਂ? ਅਸੀਂ ਇੱਕ ਅਜਿਹੀ ਚੀਜ਼ ਨਾਲ ਆਪਣੇ ਆਪ ਨੂੰ ਬੰਨ੍ਹ ਲਿਆ ਜਿਸ ਦੇ ਸ਼ਿਕਾਰ ਵੀ ਅਸੀਂ ਆਪ ਹੀ ਹੋ ਰਹੇ ਹਾਂ। ਜਦੋਂ ਸਪਰਮ ਲੈਣਾ ਪਹਿਲਾਂ ਹੀ ਪੁੱਛਦੇ ਨੇ ਜੀ ਬਿੱਲੀਆਂ ਅੱਖਾਂ ਵਾਲਾ ਇਹ ਹੋਵੇ ਬੰਦਾ ਜਿਸ ਦੀ ਡੋਨੇਸ਼ਨ ਹੈ, ਇੰਨੀ ਇਹਦੀ ਹਾਈਟ ਹੋਵੇ, ਇਸ ਤਰੀਕੇ ਦਾ ਗੋਰਾ ਰੰਗ ਹੋਵੇ, ਵਾਲ ਇੱਦਾਂ ਦੇ ਭੂਰੇ ਹੋਣ, ਤਾਂ ਅਸੀਂ ਇਸ ਸਪਰਮ ਲਈ ਮਤਲਬ ਨੋਰਮਲ ਨਾਲੋਂ 5 ਜਾਂ 10 ਗੁਣਾ ਵੱਧ ਵੀ ਅਸੀਂ ਪੈਸੇ ਦੇ ਦੇਵਾਂਗੇ। ਬੇਸ਼ਰਮੀ ਦੀ ਹੱਦ ਇਹਨੂੰ ਕਹਾਂਗੇ। ਮੈਨੂੰ ਲੱਗਦਾ ਕਿ ਸੁਣਨ ਵਾਲਿਆਂ ਨੂੰ ਸ਼ਾਇਦ ਲੱਗੇ ਕਿਉਂਕਿ 1.5 ਲੱਖ ਰੁਪਇਆ ਵੀ ਬ੍ਰੋਕਰ ਨੂੰ ਦਿੱਤਾ ਜਾ ਰਿਹਾ। ਭਾਈ ਮੈਨੂੰ ਕਿਉਂਕਿ ਅੰਦਾਜ਼ਾ ਹੀ ਨਹੀਂ ਸੀ ਵੀ 18 ਅੱਜ ਦੇ ਦਿਨ 20 ਬੱਚੇ ਹੋ ਸਕਦੇ ਨੇ। ਵੇਖਦੇ ਐਵੇਂ ਹੀ ਉਹਨੂੰ ਪੁੱਛ ਲਿਆ ਵੀ ਕਿਉਂਕਿ ਉਹ ਮੈਨੂੰ ਲੱਗ ਨਹੀਂ ਸੀ ਰਿਹਾ ਇੱਥੇ ਦਾ ਪੰਜਾਬੀ, ਪ੍ਰਵਾਸੀ ਸੀ। ਮੈਂ ਜਦੋਂ ਦੇਖਿਆ ਕਿੰਨੀ ਮਿਹਨਤ ਤੁਸੀਂ ਕਰ ਰਹੇ ਹੋ ਦਿਨ ਰਾਤ, ਇਹੀ ਘੱਟ ਹੁੰਦੇ ਵਧੀਆ ਪੜ੍ਹਾ ਲੈਂਦੇ, ਅਗਾਂਹ ਤੋਰ ਲੈਂਦੇ। उन्हें जो क्या वो सारे पंजाबियों दी अक्खां खोल देगा। मैडम इनके आपके पंजाबी एक एक है, किसी के एक भी नहीं, खाली मकान पड़े हैं। जो डॉलर ये बाहर से भेजेंगे ना उनको किसी ने तो यूज़ करना ना। ये 18 जब उस एक पे जाएंगे कहाँ रहेंगे? इन 18 के आगे 18 आएंगे, देखना यहाँ के IPS भी यहाँ के IAS भी हमारे ही बेटे होंगे। ਕਹਿੰਦੇ ਬੜੇ ਹੀ ਪੰਜਾਬੀ ਹੁੰਦੇ ਆ ਜੀ, ਉਹ ਤਾਂ ਖਤਮ ਹੋ ਗਈ ਫਿਰ ਤੇ ਜੀ। ਬਰਬਾਦੀ ਤਬਾਹੀ ਵੱਲ ਜਾਵਾਂਗੇ ਕਿਉਂਕਿ ਉਹ ਜੀਣ ਯੋਗ ਹੀ ਨਹੀਂ ਹੋਣੀ ਅਗਲੀ ਪੁਸ਼ਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਆਈ ਸੀ ਕਿ 4 ਨਿਆਣੇ ਪੈਦਾ ਕਰੋ ਜੀ, ਇੱਥੇ ਤੇ ਇੱਕ ਦਾ ਪੰਗਾ ਪੈ ਗਿਆ ਜੀ। ਉਹ ਔਰਤਾਂ ਜਿਨ੍ਹਾਂ ਤੋਂ ਸਿਰਫ ਪੁੱਤਰ ਜਮਾਇਆ ਜਾਂਦਾ, ਕੋਈ ਹੱਕ ਨਹੀਂ ਉਹਨਾਂ ਨੂੰ ਉਸ ਘਰ 'ਤੇ ਜਾਂ ਪੁੱਤਰ 'ਤੇ ਜਾਇਦਾਦ 'ਤੇ, ਅੱਗੋਂ ਫਿਰ ਵਿਕਦੀਆਂ ਨੇ। 10-10 ਰੁਪਏ ਤੱਕ ਦੀ ਕੀਮਤ ਤੱਕ ਘੱਟੋ ਘੱਟ 10-10 ਨਿਆਣੇ ਜੰਮਣ ਬਾਅਦ ਸੜਕਾਂ 'ਤੇ ਸੁੱਟ ਦਿੱਤੀਆਂ ਜਾਂਦੀਆਂ ਨੇ। ਕੁਝ ਅੰਨੀਆਂ ਹੋ ਜਾਂਦੀਆਂ ਨੇ, ਕੁਝ ਮਾਨਸਿਕ ਰੋਗੀ ਹੋ ਜਾਂਦੀਆਂ ਨੇ। ਪੰਜਾਬ ਰਹਿਣ ਦੇ ਲਾਇਕ ਨਹੀਂ ਰਹਿ ਗਿਆ ਜੀ, ਪੰਜਾਬ ਮਾੜਾ ਹੋ ਗਿਆ। ਬਾਬੇ ਨਾਨਕ ਦਾ ਪੰਜਾਬ ਕਿਵੇਂ ਮਾੜਾ ਹੋ ਗਿਆ ਜੀ? ਪੰਜਾਬ ਮਾੜਾ ਹੋ ਗਿਆ ਕਿ ਅਸੀਂ ਮਾੜੇ ਹੋ ਗਏ ਜੀ? ਅਗਰ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੀਏ ਤਾਂ ਕੀ ਆਉਣ ਵਾਲੇ ਸਮੇਂ 'ਚ ਪੰਜਾਬੀਅਤ ਵਾਕਈ ਖਤਰੇ 'ਚ ਹੈ? ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾ ਰਹੇ ਨੇ ਤੇ 4 ਸਾਲ ਬਾਅਦ ਉਹਨਾਂ ਦੇ ਮਾਪੇ ਵੀ ਉੱਥੇ ਜਾ ਕੇ ਸੈਟਲ ਹੋ ਰਹੇ ਨੇ। ਜਿਹੜਾ ਪੰਜਾਬ 'ਚ ਲੋਕੀ ਰਹਿ ਗਏ ਨੇ ਉਹਨਾਂ ਦਾ ਇੱਕ ਨਿਆਣਾ ਨੇ, ਤੇ ਨਾਲ ਪ੍ਰਵਾਸ ਹਿਜਰਤ ਇੱਕ ਪ੍ਰਕਿਰਿਆ ਵੀ ਹੈਗੀ ਹੈ। ਲੇਕਿਨ ਪੰਜਾਬ ਦੇ ਵਿੱਚ ਕਾਫੀ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਵੀ ਰੋਜੀ ਰੋਟੀ ਦੀ ਤਲਾਸ਼ 'ਚ ਆ ਰਹੇ ਨੇ। ਗਿਣਤੀ ਉਹਨਾਂ ਦੀ ਵੱਧਦੀ ਜਾ ਰਹੀ ਹੈ। ਲੁਧਿਆਣੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਕਹਿ ਰਹੇ ਨੇ ਕਿ ਪੱਕੇ 7 ਤੋਂ 8 ਲੱਖ ਉਹ ਵੋਟਰ ਬਣ ਚੁੱਕੇ ਨੇ। ਹਿਜਰਤ ਰੋਜੀ ਰੋਟੀ ਦੀ ਮਸਲੇ 'ਚ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਨਾਲ ਦੇ ਨਾਲ ਜਿੱਥੋਂ ਤੱਕ ਪੰਜਾਬੀਆਂ ਦਾ ਸਵਾਲ ਕੀ ਅਸੀਂ ਵਾਕਈ ਇੰਨੇ ਬੇਫਿਕਰੇ ਹੋ ਗਏ ਨੇ ਕਿ ਸਾਡੇ 'ਚ ਸ਼ਰਮ ਖਤਮ ਹੋ ਚੁੱਕੀ ਹੈ, ਕਿ ਸਾਡੇ 'ਚ ਅਣਖ ਖਤਮ ਹੋ ਚੁੱਕੀ ਹੈ? ਕਿਉਂਕਿ ਪੰਜਾਬ ਦੇ ਵਿੱਚ ਚਰਚਾ ਇਹ ਆ ਕਿ ਹੁਣ ਜਿਹੜੇ ਆਉਣ ਵਾਲੀਆਂ ਨਸਲਾਂ ਪੈਦਾ ਹੋਣਗੀਆਂ ਉਹ ਵੀ ਜੀਨਸ ਬਦਲੇ ਜਾ ਰਹੇ ਨੇ ਤੇ ਬਹੁਤ ਹੀ ਬਬਾਕੀ ਦੇ ਨਾਲ ਸਮਾਜਿਕ ਤਾਣੇ ਬਾਣੇ ਤੇ ਰਿਸ਼ਤਿਆਂ ਤੇ ਚੋਟ ਕਰਦੇ ਨੇ, ਪੰਜਾਬੀਆਂ ਨੂੰ ਸੁਚੇਤ ਵੀ ਕਰਦੇ ਨੇ। ਡਾਕਟਰ ਹਰਸ਼ਿੰਦਰ ਕੌਰ ਉਹਨਾਂ ਦੇ ਨਾਲ ਗੱਲਬਾਤ ਕਰਦੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਰੱਤ ਤੱਕ ਖਿਮਾ ਕਰਨਾ, ਅਸਲ 'ਚ ਲਗਾਤਾਰ ਅਸੀਂ ਕਲਾਸਾਂ ਵੀ ਲੈਣੀਆਂ, ਹੋਰ ਵੀ ਥੋੜ੍ਹਾ ਬਹੁਤ ਗਲਾ ਹੋ ਸਕਦਾ ਵਿੱਚ ਜਵਾਬ ਦੇ ਜਾਵੇ। ਚਲੋ ਕੋਈ ਨਹੀਂ ਜੀ। ਤੇ ਜਿੱਥੋਂ ਤੱਕ ਮਸਲਾ ਕਿ ਅਸੀਂ ਵਾਕਈ ਪੰਜਾਬੀ ਬੇਫਿਕਰ ਹਾਂ, ਸਾਨੂੰ ਆਪਣਾ ਭਵਿੱਖ ਬਾਹਰ ਹੀ ਦਿਖ ਰਿਹਾ, ਪੰਜਾਬ 'ਚ ਸਾਡਾ ਭਵਿੱਖ ਧੁੰਦਲਾ ਜੀ। ਦੇਖੋ ਪੰਜਾਬੀ ਵਾਕਈ ਬੇਫਿਕਰੇ ਇਸ ਕਰਕੇ ਕਹੇ ਜਾਂਦੇ ਸਨ ਕਿ ਜ਼ਿੰਦਗੀ ਘੋੜਿਆਂ 'ਤੇ ਲੰਘਦੀ ਸੀ, ਸਾਰਾ ਦਿਨ ਕਰਨਾ ਤਾਂ ਸੰਘਰਸ਼ ਹੀ ਹੁੰਦਾ ਸੀ। ਸੋ ਕੱਲ੍ਹ ਤਾਂ ਕਿਸੇ ਨੇ ਵੇਖਿਆ ਹੀ ਨਹੀਂ ਸੀ ਹੁੰਦਾ, ਕਾਲ ਦਾ ਨਾਂ ਸੀ। ਅੱਜ ਨੂੰ ਕਿਵੇਂ ਅਸੀਂ ਜੀ ਲੈਣਾ, ਉੱਥੇ ਤੱਕ ਜਿਹੜੇ ਸੀਮਤ ਹੋਣ ਉਹ ਲੰਬੀਆਂ ਤਾਂ ਅਸੀਂ ਕਦੇ ਸੋਚਾਂ ਰੱਖੀਆਂ ਹੀ ਨਹੀਂ ਕਿ ਅਸੀਂ ਕੀ ਕੁਛ ਜਮ੍ਹਾਂ ਕਰਨਾ, ਕੀ ਕੁਛ ਯਾਨੀ ਆਪਾਂ ਅਗਲੇ ਆਉਣ ਵਾਲੀ ਪੁਸ਼ਤ ਲਈ ਰੱਖਣਾ, ਇਹੋ ਜਿਹਾ ਕੁਝ ਨਹੀਂ ਸੀ। ਸਾਡਾ ਤਾਂ ਮਰਨਾ ਮਿਸਾਲੀ ਹੋਇਆ ਕਰਦਾ ਸੀ। ਹੁਣ ਬਿਲਕੁਲ ਹਾਲਾਤ ਕੁਝ ਵੱਖ ਨੇ। ਅਸੀਂ ਉਹ ਸਾਰਾ ਕੁਛ ਪਿਛੋਕੜ ਸਾਂਭ ਨਹੀਂ ਸਕੇ। ਕਾਰਨ ਜਿਵੇਂ ਸੱਭਿਆਚਾਰ ਜਾਂ ਇਤਿਹਾਸ ਜੋ ਬੜੇ ਮਾਇਨੇ ਰੱਖਦਾ ਜੇ ਕਿਸੇ ਵੀ ਅਗਲੀ ਪੁਸ਼ਤ ਨੂੰ
ਪ੍ਰਫੁੱਲਿਤ ਕਰਨ ਵਿੱਚ ਤੇ ਕਿਸ ਤਰੀਕੇ ਉਹਨੇ ਦੁਨੀਆ ਵਿੱਚ ਆਪਣਾ ਨਾਮ ਚਮਕਾਉਣਾ ਜਾਂ ਕਿਵੇਂ ਅਗਾਂਹ ਇਹ ਸਾਰਾ ਇਤਿਹਾਸ ਪਿਛਲਾ ਤੋਰਨਾ ਜੀ। ਉਹਦੇ ਵਿੱਚ ਇੱਕ ਅਹਿਮ ਰੋਲ ਹੁੰਦਾ ਜੇ ਕਿ ਅਸੀਂ ਆਪਣੀ ਜ਼ਬਾਨ ਸਾਂਭ ਲਈਏ। ਪਹਿਲੀ ਚੀਜ਼ ਜ਼ਬਾਨ ਦੇ ਨਾਲ ਇੱਕ ਹੋਰ ਜੋ ਮੈਡੀਕਲ ਪੱਖੋਂ ਮੈਂ ਦੱਸਣਾ ਚਾਹੁੰਦੀ ਹਾਂ, ਸਾਡੀ ਜੀਨ ਕੁਛ ਵੱਖ ਹੁੰਦੇ ਨੇ ਜੀ। ਸੋ ਉਹ ਜਿਵੇਂ ਸਾਡੇ 6 ਫੁੱਟੇ ਨੌਜਵਾਨ ਤੇ ਜਿਸ ਤਰੀਕੇ ਦਾ ਸਾਡਾ ਜੁੱਸਾ ਤੇ ਜਿਸ ਤਰੀਕੇ ਦੇ ਕਿਰਦਾਰ, ਜੋ ਇਹ ਸਾਰਾ ਕੁਝ ਇੱਕ ਵੱਖ ਲੋਕਾਂ ਦੇ ਵਿੱਚ ਯਾਨੀ ਇੱਕ ਖੁਸ਼ੀ ਦਾ ਮਾਹੌਲ, ਸਾਰਿਆਂ ਨਾਲ ਸਾਂਝੀਵਾਲਤਾ, ਵੰਡ ਕੇ ਛਕਣਾ, ਇਹ ਚੀਜ਼ਾਂ ਸਾਡੀ ਵੱਖ ਪਛਾਣ ਕਾਇਮ ਕਰਦੀਆਂ ਨੇ। ਜਦੋਂ ਅਸੀਂ ਇਸ ਚੀਜ਼ ਤੋਂ ਨਿਕਲ ਕੇ ਸੀਮਤ ਹੁੰਨੇ ਆ ਇੱਕ ਥਾਂ ਦੇ ਵਿੱਚ ਕਿ ਮੈਂ, ਮੇਰਾ ਟੱਬਰ, ਮੇਰਾ ਕਾਰੋਬਾਰ, ਉਦੋਂ ਬੰਦਾ ਨਾ ਤਾਂ ਜ਼ਬਾਨ ਦੀ ਪਰਵਾਹ ਕਰਦਾ, ਨਾ ਉਹਨੂੰ ਆਪਣੇ ਪਿਛੋਕੜ ਜਾਂ ਸੱਭਿਆਚਾਰ ਦੀ ਲੋੜ ਹੁੰਦੀ ਹੈ। ਉਦੋਂ ਉਹਨੂੰ ਇੱਕੋ ਹੀ ਸਭ ਤੋਂ ਅੱਗੇ ਏਮ ਆ ਜਾਂਦਾ, ਮੇਰਾ ਨਾਮ ਲੇਵਾ ਮੇਰੀ ਜਾਇਦਾਦ ਇਕੱਠੀ ਕਰ ਸਕੇਗਾ, ਮੇਰਾ ਬਿਜ਼ਨਸ ਸੰਭਾਲ ਸਕੇਗਾ, ਤੋਰ ਸਕੇਗਾ ਕਿ ਨਹੀਂ, ਉਹ ਕਿਸੇ ਹੋਰ ਮੁਲਕ ਵਿੱਚ ਹੈ ਜਾਂ ਕਿਸੇ ਹੋਰ ਜ਼ਬਾਨ ਨੂੰ ਅਪਣਾ ਕੇ ਹੈ ਵੀ ਮੈਂ ਕਿਸੇ ਵੀ ਹਾਲ ਵਿੱਚ ਆਪਣੀ ਪਛਾਣ ਭਾਵੇਂ ਮੇਰੀ ਪਿਛਲੀ ਗੁੰਮ ਜਾਵੇ ਪਰ ਮੈਂ ਇੱਕ ਵੱਖ ਪਛਾਣ ਕਾਇਮ ਕਰ ਸਕਾਂ ਉੱਥੋਂ ਦੇ ਮਾਹੌਲ ਦੇ ਹਿਸਾਬ ਨਾਲ। ਹੁਣ ਉਹਦੇ ਵਿੱਚ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਇਹਨਾਂ ਨੂੰ ਦੱਸਿਆ ਕਿਸੇ ਨੂੰ ਕਿ ਪੰਜਾਬੀ ਜ਼ਬਾਨ ਨਾ ਤਾਂ ਸਾਨੂੰ ਕਿੱਤਾ ਮੁਹੱਈਆ ਕਰਵਾ ਸਕ ਰਹੀ ਹੈ, ਨਾ ਸਾਨੂੰ ਇਹਦੇ ਨਾਲ ਵਿਸ਼ਵ ਪੱਧਰੀ ਉਹ ਪਛਾਣ ਅਸੀਂ ਭਾਵੇਂ ਉਹ ਬਿਜ਼ਨਸ ਰਾਹੀਂ ਹੋਵੇ ਜਾਂ ਤੁਸੀਂ ਕਿਸੇ ਡਾਕਟਰ ਬਣ ਕੇ, ਇੰਜੀਨੀਅਰ ਬਣ ਕੇ, ਕੋਈ ਖੋਜੀ ਬਣ ਕੇ, ਸਪੋਰਟਸ ਪਰਸਨ, ਕਿਸੇ ਵੀ ਪਾਸਿਓਂ ਭਈ ਸਾਨੂੰ ਵੱਖ ਕੱਢ ਦਿੰਦੇ ਨੇ, ਅਸੀਂ ਮੇਨ ਸਟਰੀਮ ਜਾਣਾ। ਸੋ ਉਹਨਾਂ ਨੂੰ ਲੱਗਿਆ ਬਹੁਤਿਆਂ ਨੂੰ ਕਿ ਅਸੀਂ ਜੇ ਉੱਥੋਂ ਦੀ ਜ਼ਬਾਨ, ਉੱਥੇ ਦਾ ਸੱਭਿਆਚਾਰ, ਉੱਥੇ ਦਾ ਪਹਿਰਾਵਾ, ਰਹਿਣ ਸਹਿਣ ਜੇ ਅਪਣਾ ਲਈਏ ਤਾਂ ਅਸੀਂ, ਸਾਡੇ ਕੋਲ ਅਗਾਂਹ ਵਧਣ ਦੇ ਬਹੁਤ ਸਾਰੇ ਮੌਕੇ ਹੋਣਗੇ। ਤੇ ਉਹ ਵੱਧ ਮੌਕੇ ਦਿਸੇ ਵੀ ਸਾਡੇ ਪੰਜਾਬੀਆਂ ਨੇ ਸਾਰੇ ਦੇ ਸਾਰੇ ਇਸ ਤਰ੍ਹਾਂ ਨਹੀਂ ਹੋਏ। ਜਿਨ੍ਹਾਂ ਨੇ ਆਪਣੀ ਜ਼ਬਾਨ ਸਾਂਭੀ, ਸੱਭਿਆਚਾਰ ਦੇ ਨਾਲ ਜੁੜੇ ਰਹੇ, ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ, ਪਰ ਉਹਨਾਂ ਵਿੱਚ ਅਗਲੀ ਪੁਸ਼ਤ 50% ਉੱਥੋਂ ਦੀ ਹੋ ਕੇ ਰਹਿ ਗਈ, ਜਿਨ੍ਹਾਂ ਨੇ ਪੰਜਾਬੀ ਜ਼ਬਾਨ ਵਿੱਚ ਕੁਝ ਰਚਿਆ ਨਹੀਂ, ਨਾ ਬਹੁਤਾ ਪੰਜਾਬੀ ਜਿਹੜਾ ਆਪਾਂ ਸਾਹਿਤ ਕਹਿੰਦੇ ਹਾਂ ਉਹਦੇ 'ਚ ਪੜ੍ਹਿਆ ਜਾਂ ਨਿੱਠ ਕੇ ਕਹੀਏ ਕੋਈ PhD ਕਰ ਰਿਹਾ ਜਾਂ ਉਸ ਖੋਜ ਨੂੰ ਅਗਾਂਹ ਤੋਰ ਰਿਹਾ। ਸਮਝ ਸਕਦੇ ਹਾਂ ਕਿ ਕਿਸੇ ਵੀ ਥਾਂ 'ਤੇ ਜੋ ਭਾਸ਼ਾ ਵਿਗਿਆਨੀ ਵਿਸ਼ਵ ਪੱਧਰੀ ਗੱਲ ਕਰਦੇ ਨੇ ਕਿ ਤੀਜੀ ਪੁਸ਼ਤ ਤੱਕ ਜਾਂਦਿਆਂ ਇਹ ਚੀਜ਼ ਖਤਮ ਹੋ ਜਾਂਦੀ ਜੇ ਤੇ ਚੌਥੀ ਪੁਸ਼ਤ ਕੋਈ ਰਿਸ਼ਤਾ ਰੱਖਦੀ ਨਹੀਂ ਕਿ ਅਸੀਂ ਪਿੱਛੇ ਹੈ ਹੀ ਨਹੀਂ। ਸੋ ਉਹ ਸਾਨੂੰ ਦਿਖ ਰਿਹਾ ਜੋ ਵਿਸ਼ਵ ਪੱਧਰੀ ਗੱਲਾਂ ਚੱਲ ਰਹੀਆਂ ਨੇ। ਹਾਲਾਂਕਿ ਮੈਂ ਦੱਸ ਰਹੀ ਹਾਂ ਬਹੁਤ ਵੱਡੀਆਂ ਮੱਲਾਂ ਮਾਰੀਆਂ, ਸਾਡੀ ਉਹ ਪੁਸ਼ਤ ਅਜੇ ਵੀ ਬਹੁਤ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੈ ਕਿ ਉਹਨਾਂ ਨੂੰ ਅੱਜ ਵੀ ਪੰਜਾਬ ਦੇ ਵਿੱਚੋਂ ਉਹੀ ਖੁਸ਼ਬੂ ਲੈਣ ਨੂੰ ਤਰਸਦੇ ਨੇ, ਤੜਫਦੇ ਨੇ ਵੀ ਮੈਂ ਵਾਪਸ ਜਾਣਾ ਉੱਥੇ ਹੀ, ਉਹਨਾਂ ਹੀ ਥਾਂ। ਉਹ ਵਾਲੇ ਤੜਫੜੇ ਨੇ, ਇੱਥੋਂ ਵਾਲੇ ਦੀ ਤੜਫ ਖਤਮ ਹੋ ਗਈ ਜੀ। ਹਾਂਜੀ। ਦੂਜੀ ਹੁਣ ਚੀਜ਼ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿਵੇਂ ਮਰਦੇ ਹਾਂ ਅਸੀਂ, ਜਿਹੜੇ ਇੱਥੇ ਦੀ ਹੁਣ ਸੋਚ ਹੈ ਸਾਡਾ, ਇੱਕ 2-3 ਚੀਜ਼ਾਂ ਜੋ ਸਾਨੂੰ ਪੰਜਾਬੀਆਂ ਨੂੰ ਮਾਰ ਰਹੀਆਂ ਨੇ। ਜ਼ਬਾਨ ਸਾਡੇ ਤੋਂ ਖੋਹ ਲਈ ਗਈ, ਫਾਈਨ ਲੱਗਦੇ ਨੇ ਇਹਦੇ ਤੇ ਹੁਣ। ਤੇ ਦੂਸਰੀ ਚੀਜ਼ ਜਿਹੜੀ ਸਾਨੂੰ ਮਾਰ ਰਹੀ ਹੈ ਨਸ਼ਾ। ਇਹ ਲੱਗਦਾ ਹੈ ਕਿ ਆਮ ਹੀ ਸਰਸਰੀ ਜੀ ਗੱਲ ਹੋ ਰਹੀ ਹੈ। ਮੇਰਾ ਖਿਆਲ ਹੈ ਵੱਧਦੇ ਜਾਂਦੇ ਇਨਫਰਟੀਲਿਟੀ ਕਲੀਨਿਕ ਸ਼ਾਇਦ ਤੁਹਾਨੂੰ ਝਾਤ ਮਰਵਾ ਦੇਣਗੇ, ਜਿੱਥੇ ਕੁਝ ਤਾਂ ਐਨਾਬੋਲਿਕ ਸਟੀਰੋਇਡਸ ਜੋ ਸਾਡੇ ਮਸਲਸ ਬਣਾਉਣ ਲਈ, ਪੱਠੇ ਬਣਾਉਣ ਲਈ ਜੋ ਤੁਰੇ ਹੋਏ ਨੇ, ਉਹਨਾਂ ਨੇ ਲੈਣੇ ਸ਼ੁਰੂ ਕੀਤੇ ਨੇ। ਦੂਸਰੀ ਚੀਜ਼ ਜੋ ਸਾਡਾ ਨਸ਼ਾ ਸਾਡੇ ਅੰਦਰ ਵੜ ਗਿਆ। ਤੀਜੀ ਚੀਜ਼ ਜੋ ਪੜ੍ਹੇ ਲਿਖਿਆਂ 'ਚ ਲੱਭ ਰਿਹਾ ਕਿ ਲੈਪਟਾਪ ਤੁਸੀਂ ਰੱਖ ਲੈਂਦੇ ਹੋ ਪੱਟਾਂ ਦੇ ਉੱਪਰ ਰੱਖ ਕੇ। ਸਾਬਤ ਹੋਏ ਤੱਥ ਨੇ, ਖੋਜਾਂ ਸਾਬਤ ਕਰ ਚੁੱਕੀਆਂ ਕਿ 20 ਮਿੰਟ ਤੋਂ ਵੱਧ ਜੇ ਰੋਜ਼ਾਨਾ ਤੁਸੀਂ ਮਹੀਨਿਆਂ ਬੱਧੀ ਵਰਤ ਰਹੇ ਹੋ ਸੌਣ ਲੱਗਿਆਂ ਵੀ ਭਾਵੇਂ, ਤਾਂ ਉਹ ਤੁਹਾਡੇ ਜਿਵੇਂ ਮਰਦਾਂ ਦੇ ਸ਼ੁਕਰਾਣੂਆਂ ਦੀ ਉਹਨੂੰ ਨੁਕਸਾਨ ਪਹੁੰਚਾਉਂਦੇ ਨੇ, ਬਿਲਕੁਲ ਇੰਝ ਹੀ ਔਰਤਾਂ ਦੇ ਅੰਡਕੋਸ਼ 'ਤੇ ਵੀ ਫਰਕ ਪੈਂਦਾ ਜੇ। ਸੋ ਇਹ ਇੱਕ ਅਹਿਮ ਜਿਹੜੀ ਚੀਜ਼ ਸਾਨੂੰ ਸ਼ਾਇਦ ਅੰਦਾਜ਼ਾ ਨਹੀਂ ਸੀ। ਹੁਣ ਇਹਦੇ ਵਿੱਚ ਗਿਣਤੀ ਧਿਆਨ ਕਰਿਓ, ਵਿਸ਼ਵ ਪੱਧਰ 'ਤੇ 20 ਤੋਂ 23% ਹੈ ਹੋ ਚੁੱਕੀ ਜੀ ਆਲਰੇਡੀ, ਕਿਉਂਕਿ ਉਹ ਇਹ ਲੈਪਟਾਪਸ ਵਗੈਰਾ, ਐਨਾਬੋਲਿਕ ਸਟੀਰੋਇਡਸ ਜਾਂ ਡਰੱਗਸ ਕਿਤੇ ਸਿਰਫ ਭਾਰਤ ਵਿੱਚ ਨਹੀਂ ਹਨ। ਭਾਰਤ ਵਿੱਚ ਇਹ ਗਿਣਤੀ ਲਗਭਗ ਓਨੀ ਹੈ ਜੇ ਆਪਾਂ ਸੋਚਦੇ ਹਾਂ ਕਿ ਅੱਜ ਬਹੁਤ ਜ਼ਿਆਦਾ, ਪਰ ਕੁਝ ਹਿੱਸੇ ਮੈਂ ਖਾਸ ਤੌਰ 'ਤੇ ਜ਼ਿਕਰ ਕਰਾਂਗੀ ਜਿਨ੍ਹਾਂ 'ਚ 8% ਹੈ। ਮੇਘਾਲਿਆ ਜਾਂ ਇਹਨਾਂ ਥਾਂ 'ਤੇ ਇਹ ਸਾਡੇ ਕੋਲ ਮੌਜੂਦ ਨੇ ਅੰਕੜੇ। ਹੁਣ ਵਿਸ਼ਵ ਪੱਧਰ 'ਤੇ ਜੇ 20 ਤੋਂ 23 ਤੇ ਇੱਥੇ 8% ਦੇ ਨਾਲ
ਪੰਜਾਬ ਵਿੱਚ ਇਹ ਗਿਣਤੀ ਜੋ ਕਿ ਅੰਕੜੇ ਬੋਲਦੇ ਨੇ ਕਿ 1.5% ਲਗਾਤਾਰ ਵਾਧੇ ਵੱਲ ਨੂੰ ਹੈ। ਇੱਥੇ ਆਲਰੇਡੀ ਅਸੀਂ ਉਨੇ ਹੀ ਫੀਸਦ ਆ 23 ਜੋ ਕਿ ਵਿਸ਼ਵ ਦੇ ਭਰ ਦੇ ਅੰਕੜੇ ਨੇ। ਵਾਧੇ ਦਾ ਮਤਲਬ ਸਮਝ ਰਹੇ ਹੋ ਕਿ ਕੀ ਹੋ ਰਿਹਾ। ਸਾਡੇ ਪੰਜਾਬੀ ਸੀਮਤ ਨੇ ਕਿ ਅਸੀਂ ਜਾਇਦਾਦ ਵਿੱਚ ਬੇਟੀ ਨੂੰ ਵੰਡ ਨਾ ਅਸੀਂ ਕਿਤੇ ਦੇਣੀ ਪਵੇ। ਸੋ ਸਾਡੀ ਇੱਕ ਉਹ ਸੋਚ ਜਿਹੜੀ ਵੀ ਸਾਨੂੰ ਵਾਰਿਸ ਨਾਮ ਲੈਵਾ ਚਾਹੀਦਾ, ਉਹਨੇ ਸਾਡੀਆਂ ਧੀਆਂ ਬੜੀ ਬੁਰੀ ਤਰ੍ਹਾਂ ਚੱਬੀਆਂ ਨੇ। ਸੋ ਇਹਦਾ ਮਤਲਬ ਹੈ ਇੱਕ ਮਾਰ ਤਾਂ ਸਾਨੂੰ ਸਾਡੀ ਅਣਖ ਖੋਣ ਲਈ ਨਸ਼ੇ ਦੇ ਵਪਾਰੀਆਂ ਨੇ ਮਾਰੀ। ਉਹਨੇ ਸਾਡੇ ਇਹ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਨੌਜਵਾਨ ਬੱਚੇ ਜਿਹੜੇ ਇਸ ਵੇਲੇ ਬੱਚੇ ਜੰਮਣ ਯੋਗ ਨਹੀਂ ਰਹੇ ਉਹ ਬਣਾ ਦਿੱਤੇ। ਜਿਸ ਤਰੀਕੇ ਦੀ ਅਸੀਂ ਮੁੰਡੇ ਦੀ ਲਾਲਸਾ ਲਈ, ਉਹਦੇ ਵਿੱਚ ਤਾਂ ਹੁਣ ਇਹ ਅੰਕੜੇ ਮੇਰੇ ਨਹੀਂ, ਏਮਸ ਦੇ ਵੀ ਨੇ, PGI ਦੇ ਵੀ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ ਨੇ, ਕਿ ਜਿਸ ਤਰੀਕੇ ਟੈਸਟੋਸਟੇਰੋਨ ਔਰਤਾਂ ਨੂੰ ਖਵਾਇਆ ਵੀ ਸਿਰਫ ਮੁੰਡਾ ਹੀ ਜੰਮਣਾ। ਸਾਡੇ ਕੋਲ ਉਹੀ ਜਿਹੇ ਹੀਜੜੇ ਵੀ ਜੰਮੇ ਕਿ ਨਾ ਉਹ ਕੁੜੀ ਰਿਹਾ ਨਾ ਮੁੰਡਾ ਰਿਹਾ। ਹੁਣ ਅਗਲੀ ਗੱਲ ਆਉਂਦੇ ਆ ਕਿ ਜਦੋਂ ਹੈ ਹੀ ਨਹੀਂ ਸਾਡੇ ਕੋਲ ਸ਼ੁਕਰਾਣੂ, ਤਾਂ ਦੁਨੀਆ ਭਰ ਵਿੱਚ ਸੀਮਨ ਬੈਂਕਸ ਹੁੰਦੇ ਨੇ ਕਿ ਤੁਸੀਂ ਜਿਹੜੇ ਕੋਈ ਉੱਥੋਂ ਦੇ ਠੀਕ ਠਾਕ ਸਿਹਤਮੰਦ ਲੋਕ ਨੇ ਉਹ ਡੋਨੇਟ ਕਰਦੇ ਨੇ ਸਪਰਮ ਕਿ ਸਾਡੀ ਪੁਸ਼ਤ ਤੁਰਦੀ ਰਵੇ, ਯਾਨੀ ਖ਼ਤਮ ਨਾ ਹੋਏ। ਇਹਦਾ ਅਹਿਮੀਅਤ ਤੁਹਾਨੂੰ ਮੈਂ ਥੋੜ੍ਹੀ ਜਿਹੀ ਸਮਝਾ ਦਿਆਂ। ਜੇ ਹਿਟਲਰ ਵੇਲੇ ਨੂੰ ਚੇਤੇ ਕਰੋ ਜੀ, ਤਾਂ ਉਹਦਾ ਇੱਕ ਬੜਾ ਨੁਕਤਾ, ਉਹਦਾ ਤਹਿਸ ਨਹਿਸ ਕਰਨ ਵਾਲਾ ਇਹ ਸੀ ਕਿ ਜਿੱਥੇ ਵੀ ਉਹ ਜਿੱਤ ਪ੍ਰਾਪਤ ਕਰਦਾ ਸੀ ਬੰਦੇ ਮਾਰ ਦਿੰਦਾ ਸੀ। ਔਰਤਾਂ ਨੂੰ ਅਲੱਗ ਰੱਖ ਕੇ ਸਮੂਹਕ ਬਲਾਤਕਾਰ ਫੌਜੀਆਂ ਕੋਲੋਂ ਕਰਵਾਉਂਦਾ ਸੀ, ਜਿਹਦਾ ਇੱਕ ਬੜਾ ਡੀਪ ਮੀਨਿੰਗ ਸੀ। ਜਿਸ ਤਰ੍ਹਾਂ ਦੀ ਉਹਦੇ ਮਨ 'ਚ ਨਫ਼ਰਤ ਭਰੀ ਸੀ ਕਿ ਮੈਂ ਬਾਕੀ ਦੀ ਨਾਸ ਮਾਰਨਾ ਉਸ ਬੀਜ ਦਾ, ਯਹੂਦੀਆਂ ਦਾ। ਸੋ ਉਸ ਨੇ ਜਬਰੀ ਹਰ ਔਰਤ ਨੂੰ ਉਦੋਂ ਤੱਕ ਕੈਦ 'ਚ ਰੱਖਿਆ ਜਦ ਤੱਕ ਕਿ ਗਰਭ ਨਾ ਠਹਿਰਿਆ। ਉਹਦਾ ਨਤੀਜਾ ਮੈਂ ਅੱਜ ਦੱਸ ਦਿੰਦੀ ਹਾਂ, ਜੋ ਕਿ ਹੁਣ ਸਵੀਡਨ ਦੀ ਰਿਸਰਚ ਨੇ ਦੱਸਿਆ ਕਿ ਵਿਸ਼ਵ ਭਰ ਵਿੱਚ ਇੰਨੇ ਉਹ ਫੈਲੇ ਨੇ ਕਿ ਅੱਜ ਵੀ ਉਸ ਅੰਸ਼ ਨੂੰ ਅਸੀਂ ਵੇਖ ਸਕਦੇ ਹਾਂ ਪੁਸ਼ਤਾਂ 'ਚ, ਕਈਆਂ 'ਚ। ਐਗਜ਼ੈਕਟਲੀ ਹੁਣ ਮੈਂ ਤੁਹਾਨੂੰ ਹਕੀਕਤ 'ਤੇ ਲਿਆਉਂਦੀ ਹਾਂ ਕਿ ਸੀਮਨ ਬੈਂਕਸ ਹਨ ਜਿਨ੍ਹਾਂ ਵਿੱਚ ਡੋਨੇਸ਼ਨ ਦੇ ਵਾਸਤੇ ਸਾਡੇ ਯੂਪੀ ਦੇ ਵੀਰ ਨੇ ਜੋ ਗਰੀਬ ਨੇ, ਜਿਨ੍ਹਾਂ ਦਾ ਨਹੀਂ ਗੁਜ਼ਾਰਾ ਚੱਲਦਾ, ਕੋਈ ਰਿਕਸ਼ਾ ਚਲਾਉਂਦਾ ਹੈ, ਕੋਈ ਬਿਹਾਰ ਤੋਂ ਆਇਆ ਜਿਹੜਾ ਨਹੀਂ ਉਹ ਬੱਚਾ ਅੱਗੇ ਅਜੇ ਲੰਘ ਸਕ ਰਿਹਾ ਜਾਂ ਉਨੀ ਨੌਕਰੀ ਦੇ ਨਹੀਂ ਯੋਗ ਹੈ, ਪੜ੍ਹਨਾ ਚਾਹੁੰਦਾ ਹੈ, ਕੁਛ ਵੀ ਕਰਨਾ ਚਾਹੇ, ਕੋਈ ਰੇਹੜੀ ਲਾ ਰਿਹਾ ਹੈ। ਸੁਪਨੇ ਤਾਂ ਹਰ ਕਿਸੇ ਦੇ ਹੁੰਦੇ ਨੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਇਸ ਤਰ੍ਹਾਂ ਦੀ ਲੋੜ ਹੈ, ਸੀਮਨ ਦੀ ਕਾਫੀ ਡਿਮਾਂਡ ਹੋ ਰਹੀ ਹੈ, ਤਾਂ ਉਹਨਾਂ ਨੇ ਮੈਂ ਇੱਕ ਗੱਲ ਕਲੀਅਰ ਵੈਸੇ ਕਰਦੇ ਹਾਂ ਕਿ ਇਹ ਸਿਰਫ ਮਰਦਾਂ 'ਚ ਨਹੀਂ ਹੈ, ਸਾਡੀਆਂ ਬੇਟੀਆਂ ਵਿੱਚ ਵੀ ਕਾਫੀ ਹਾਈ ਰੇਟ ਹੋ ਗਿਆ। ਕੁਝ ਲੇਟ ਵਿਆਹ ਕਰਾਉਣ ਨਾਲ, ਕੁਝ ਉਹ ਵੀ ਨਸ਼ਿਆਂ ਵਿੱਚ ਜੋ ਗ੍ਰਸਤ ਹੋਣ ਕਾਰਨ। ਬਤੌਰ ਇੱਕ ਡਾਕਟਰ ਦੱਸ ਰਹੀ ਹਾਂ ਕਿ ਇਹ ਅੰਕੜੇ ਸਾਡੇ ਕੋਲ ਮੈਡੀਕਲ ਲਿਟਰੇਚਰ ਵਿੱਚ ਮੌਜੂਦ ਨੇ, ਜਿਹੜੇ ਚਾਹਣ ਉਹ ਦੇਖ ਸਕਦੇ ਨੇ। ਇਨਫਰਟੀਲਿਟੀ ਰੇਟਸ ਇਨ ਫੀਮੇਲਸ ਐਜ਼ ਵੈਲ ਐਜ਼ ਮੇਲਸ ਲੱਭ ਜਾਏਗਾ ਨੈੱਟ 'ਤੇ। ਸੋ ਬੇਟੀਆਂ ਵੀ ਇਸ ਚੀਜ਼ ਦਾ ਸ਼ਿਕਾਰ ਹੋ ਰਹੀਆਂ ਨੇ। ਦੋ ਚੀਜ਼ਾਂ ਜੋ ਸਾਹਮਣੇ ਆ ਰਹੀਆਂ ਨੇ, ਇੱਕ ਸਪਰਮ ਬੈਂਕ ਦੀ ਗੱਲ ਕਰਾਂਗੀ, ਇੱਕ ਕੁੱਖਾਂ ਦੇ ਵਿਕਣ ਦੀ। ਹੁਣ ਕਿਉਂਕਿ ਇੰਨੀਆਂ ਅਬੋਰਸ਼ਨਸ ਵਾਰ-ਵਾਰ 8-8 9-9 ਵਾਰ ਕਰਾਉਣ ਤੋਂ ਬਾਅਦ ਉਹ ਔਰਤ ਉਸ 'ਚ ਗਰਭ ਠਹਿਰਨ ਯੋਗ ਉਹ ਕਾਬਿਲ ਹੀ ਨਹੀਂ ਰਹਿੰਦੀ। ਸੋ ਨਤੀਜਾ ਹੁੰਦਾ ਜੇ ਕੁੱਖਾਂ ਖਰੀਦਣ ਦਾ ਕੰਮ। ਇੱਕ ਧਾਰਮਿਕ ਆਗੂ ਵੱਲੋਂ ਇਹ ਆਵਾਜ਼ ਉੱਠਣੀ ਕਿ ਸਾਡੇ ਜੀਨ ਵਿੱਚ ਤਬਦੀਲੀ ਆਉਣੀ ਹੈ। ਮੈਂ ਕੁਝ ਵੀ ਇਸ ਬਾਰੇ ਨਹੀਂ ਕਹਾਂਗੀ। ਮੈਂ ਚਾਹਾਂਗੀ ਕਿ ਮੈਂ ਸੌਖੇ ਤਰੀਕੇ ਸਮਝਾ ਦਿਆਂ, ਆਪ ਹੀ ਫੈਸਲਾ ਕਰਨ ਜਿਹੜੇ ਸੁਣ ਰਹੇ ਨੇ ਕਿ ਕੀ ਵਾਕਈ ਤਬਦੀਲੀ ਆ ਰਹੀ ਹੈ ਜਾਂ ਨਹੀਂ। ਹੁੰਦਾ ਕੀ ਜੇ ਕਿ ਸਾਡਾ ਕੋਈ ਇੱਕ ਬਿਹਾਰ ਤੋਂ ਆਇਆ, ਸਾਡਾ ਹੀ ਕੋਈ ਵੀਰ, ਕੋਈ ਯੂਪੀ ਤੋਂ ਆਇਆ ਵੀਰ, ਜਿਸ ਨੂੰ ਲੱਗਿਆ ਕਿ 2000 ਇੱਕ ਵੇਲੇ ਦੇ ਸੀਮਨ ਦੇਣ ਦੇ ਮੈਨੂੰ ਮਿਲ ਰਹੇ ਨੇ ਤੇ ਹਫਤੇ ਵਿੱਚ 2 ਵਾਰ ਉਹ ਡੋਨੇਟ ਕਰ ਸਕਦਾ ਹੈ। ਸੋ 4000 ਦਾ ਮਤਲਬ ਸਮਝ ਸਕਦੇ ਹੋ ਮਹੀਨੇ ਵਿੱਚ, ਤੇ ਲਗਾਤਾਰ ਜੇ ਉਹ ਦੇ ਰਿਹਾ ਤਾਂ ਕਿੰਨੀ ਉਹਦੀ ਕਮਾਈ ਬਿਨਾਂ ਮਿਹਨਤ ਦੇ ਹੋ ਸਕਦੀ ਹੈ। ਸੋ ਉਹ ਜਦੋਂ ਹੁਣ ਸਪਰਮਸ ਖਰੀਦੇ ਜਾਂਦੇ ਨੇ ਨਾ, ਮੁਫਤ ਤਾਂ ਕੋਈ ਦੇ ਨਹੀਂ ਰਿਹਾ। ਸੋ ਇਹਦੇ 2 ਢੰਗ ਹੁੰਦੇ ਨੇ ਵਿਸ਼ਵ ਪੱਧਰ 'ਤੇ। ਜਾਂ ਤਾਂ ਤੁਸੀਂ ਉਹਨਾਂ ਨੂੰ ਯਾਨੀ ਕੋਈ ਡਾਇਰੈਕਟ ਵਿੱਚ ਤੁਹਾਡਾ ਕੋਈ ਪੈ ਜਾਂਦਾ ਜੇ ਵਿਚੋਲਾ ਕਿ ਮੈਂ ਤੁਹਾਨੂੰ ਲਿਆ ਕੇ ਦੇ ਦਿੰਦਾ। ਕੁਛ ਫੈਮਿਲੀਜ਼ ਜਿਹੜੀਆਂ ਗੱਲ ਨਹੀਂ ਕੱਢਣਾ ਚਾਹੁੰਦੀਆਂ
ਉਹਦੇ ਵਿੱਚ ਫਰੀਜ਼ ਨਹੀਂ ਕੀਤੇ ਜਾਂਦੇ, ਉਸ 'ਚ ਫਰੈਸ਼ ਸਪਰਮਸ ਲਏ ਜਾਂਦੇ ਨੇ ਜਿਹੜੇ ਔਰਤ ਦੇ ਵਿੱਚ ਉਹ ਆਪਣੇ ਆਪ ਵੀ ਇਨਸਰਟ ਕਰ ਸਕਦੀ ਹੁੰਦੀ ਹੈ, ਜਾਂ ਇਸ ਤਰ੍ਹਾਂ ਯਾਨੀ ਗਰਭ ਠਹਿਰਿਆ ਜਾ ਸਕਦਾ ਡਾਕਟਰੀ ਸਲਾਹ ਨਾਲ ਲੈਣ, ਜਾਂ ਜਿਵੇਂ ਵੀ ਉਹ ਮਤਲਬ ਉਹ ਬਾਹਰ ਗੱਲ ਨਿਕਲਣ ਨਹੀਂ ਦਿੰਦੇ। ਹੁਣ ਦੂਜਾ ਜਿਹੜੀਆਂ ਫਰੀਜ਼ ਕੀਤੀਆਂ ਜਾਂਦਾ ਸਪਰਮ, ਜਿੱਥੋਂ ਕਿ ਹੋਰ ਅੱਗੋਂ ਤੁਸੀਂ ਇੱਕ ਸਪਰਮ ਤੋਂ ਥੋੜ੍ਹਾ ਜਿਹਾ ਮਤਲਬ ਜਿਸ ਦੀ ਸਪਰਮ ਡੋਨੇਸ਼ਨ ਇੱਕ ਵਾਰ ਦੀ ਚੋਂ ਜਾਂ ਇੱਕ ਬੰਦੇ ਤੋਂ ਇਹ ਰਿਪੋਰਟ ਹੋਇਆ 83 ਬੱਚੇ ਤੱਕ ਅੱਗੇ ਪੈਦਾ ਹੋਏ, ਯਾਨੀ ਕੋਈ ਮਜ਼ਾਕ ਦੀ ਗੱਲ ਨਹੀਂ ਹੈ, ਇੰਨੇ ਇੱਕ ਦੇ ਅੱਗੇ ਕੇਸਿਸ ਨੇ। ਇਸੇ ਲਈ ਵਿਸ਼ਵ ਪੱਧਰ 'ਤੇ ਬਣ ਗਿਆ ਕੰਮ ਕਿ ਤੁਸੀਂ ਕਲੇਮ ਨਹੀਂ ਕਰ ਸਕਦੇ, ਯਾਨੀ ਜੋ ਵੀ ਇਹ ਸਪਰਮ ਡੋਨੇਟ ਕਰ ਰਿਹਾ ਉਹ ਟੋਟਲੀ ਲੁਕਾ ਵਾਲੀ ਗੱਲ ਰੱਖੀ ਜਾਂਦੀ ਹੈ ਕਿ ਕੱਲ੍ਹ ਨੂੰ ਅਗਲਾ ਕਵੇ ਜੀ ਸਾਰੀ ਜਾਇਦਾਦ ਤਾਂ ਹੁਣ ਮੇਰੀ ਹੋ ਗਈ, ਤੇ ਉਹ ਤਾਂ ਫਿਰ ਸੋ ਇਸ ਤਰ੍ਹਾਂ ਦੀ ਚੀਜ਼ ਪਬਲਿਕ ਨਹੀਂ ਕੀਤੀ ਜਾਂਦੀ। ਮੈਂ ਇਹ ਕਿ ਪੰਜਾਬ 'ਚ ਜਿਹੜਾ ਇਸੇ ਕਰਕੇ IV ਸੈਂਟਰ ਜ਼ਿਆਦਾ ਨੇ। ਬਿਲਕੁਲ, ਕਿਉਂਕਿ ਮੈਂ ਜਿਵੇਂ ਦੱਸ ਰਹੀ ਹਾਂ ਕਿ ਔਰਤਾਂ ਬਾਰ-ਬਾਰ ਅਬੋਰਸ਼ਨਸ ਕਰਾਉਣ ਨਾਲ ਉਹ ਵੀ ਖਤਮ ਹੋ ਰਹੀਆਂ ਨੇ, ਕੁੱਖਾਂ ਗੋਦ ਵਿੱਚ ਲਈਆਂ ਜਾ ਰਹੀਆਂ ਨੇ, ਉਹ ਖਬਰਾਂ ਪਬਲਿਸ਼ ਹੋ ਗਈਆਂ ਨੇ। ਸੋ ਉਹ ਯਾਨੀ ਕਿਸੇ ਵੀ ਹਾਲ ਵਿੱਚ ਆਪਣਾ ਹੀ ਲੈਣਾ ਚਾਹੁੰਦੇ ਨੇ, ਪਤਾ ਨਹੀਂ ਕਿਉਂ ਪੰਜਾਬੀ ਸੁੱਟੀਆਂ ਆਪਣੀਆਂ ਹੀ ਧੀਆਂ ਜੋ ਕਿ ਉਹਨਾਂ ਨੂੰ ਅਡਾਪਟ ਨਹੀਂ ਕਰਨਾ ਚਾਹੁੰਦੇ। ਸੋ ਪਹਿਲਾਂ ਵੀ ਸਾਡਾ ਆਪਣਾ ਖੂਨ ਸਾਡਾ ਹੀ, ਯਾਨੀ ਕੁਛ ਅਜੀਬ ਸੋਚ 'ਚ ਅਸੀਂ ਡੁੱਬੇ ਪਏ ਹਾਂ। ਹੁਣ ਉਹਦੇ ਨਾਲ ਹੁੰਦਾ ਕੀ ਜੇ ਵੀ ਮੇਰਾ ਹੀ ਇੱਕ ਬਿਹਾਰ ਤੋਂ ਆਇਆ ਕੋਈ ਵੀਰ ਸਾਡੇ ਹੀ ਨਾਲ ਦਾ, ਜੇ ਉਹਦੇ 83 ਬੱਚੇ ਅੱਗੇ ਹੋ ਰਹੇ ਨੇ, ਜ਼ਰਾ ਇੱਕ ਸੋਚ ਕੇ ਵੇਖਿਓ। ਕੋਈ ਇੱਕ ਜੋ ਕਿ ਹੁਣੇ ਜਿਹੀ 2019 ਦੀ ਗੱਲ ਹੀ ਦੱਸ ਰਹੀ ਹਾਂ, ਅਮਰੀਕਾ ਵਿੱਚ ਇੱਕ ਕੇਸ ਇੰਝ ਲੱਭਿਆ ਸੀ, ਇੱਕ ਬੰਦੇ ਨੇ ਇਸੇ ਤਰ੍ਹਾਂ ਉਹਦੇ ਵੀ ਅੱਗੋਂ 83 ਹੋਈ ਹੋਏ ਬੱਚੇ, 83 ਦੇ 83 'ਚ ਨੁਕਸ ਕੀ ਲੱਭਿਆ ਕਿ ਉਹਦੇ ਜੀਨ 'ਚ ਡਿਫੈਕਟ ਸੀ ਔਟਿਜ਼ਮ ਦਾ, ਯਾਨੀ ਹਰ ਅੱਗੇ 83 ਬੱਚਿਆਂ 'ਚ ਔਟਿਜ਼ਮ ਦੀ ਬਿਮਾਰੀ, ਮਾਨਸਿਕ ਰੋਗੀ ਲੱਭੇ। ਹੁਣ ਇਹ ਜੀਨ ਦੀ ਸਾਡੇ ਅਜੇ ਇੱਥੇ ਨਹੀਂ ਡਿਟੈਕਟ ਕੀਤਾ ਜਾ ਰਿਹਾ। ਤੁਸੀਂ ਸਮਝ ਰਹੇ ਹੋ ਗੱਲ ਕਿ ਉਹਦੇ ਰਾਹੀਂ ਜਿਹੜੇ ਕੋਈ ਡਾਇਰੈਕਟ ਲੈ ਰਹੇ ਨੇ ਇਸ ਤਰ੍ਹਾਂ ਦੇ ਕੋਈ ਸੈਕਸੁਅਲੀ ਟਰਾਂਸਮਿਟਡ ਡਿਜ਼ੀਜ਼, ਕੋਈ ਜੀਨ ਆਧਾਰਿਤ ਰੋਗ, ਜਦੋਂ ਇਸ ਤਰੀਕੇ ਦੇ ਅੱਗੇ ਆਉਣਗੇ ਜਾਂ ਉਸ ਦੇ ਆਪਣੇ ਜੀਨ ਅਨੁਸਾਰ ਵੀ ਉਹ ਬੱਚੇ ਨੇ ਜਾਣੇ ਹੀ 4 ਜਾਂ 4.5 ਫੁੱਟ 'ਤੇ ਹੈ, ਜਿਸ ਨੇ ਪੂਰੀ ਲੰਬਾਈ ਨਹੀਂ ਲੈਣੀ, ਉਸ ਤਰ੍ਹਾਂ ਦਾ ਜੁੱਸਾ ਨਹੀਂ, ਉਸ ਤਰ੍ਹਾਂ ਦੀ ਸੋਚਣ ਵਿਚਾਰਨ ਦੀ ਸ਼ਕਤੀ ਨਹੀਂ, ਉਸ ਤਰ੍ਹਾਂ ਦਾ ਉਹਦਾ ਵਿਹਾਰ ਨਹੀਂ, ਉਹ ਬਹੁਤ ਕੁਛ ਜੀਨ ਆਧਾਰਿਤ ਹੁੰਦਾ ਜੇ। ਬਿਲਕੁਲ। ਉਹਦੀ ਉਮਰ ਕਿੰਨੀ ਲੰਬੀ ਹੋਣੀ ਹੈ ਉਹ ਵੀ ਜੀਨ ਆਧਾਰਿਤ ਹੁੰਦਾ ਜੇ। ਅੱਗੋਂ ਕਿਸ ਤਰੀਕੇ ਦੀਆਂ ਬਿਮਾਰੀਆਂ ਫੜਨੀਆਂ, ਕੁਛ ਜੀਨ ਨੇ ਜਿਹੜੇ ਕੈਂਸਰ ਕਰਦੇ ਨੇ, ਉਹ ਲੱਭੇ ਜਾ ਚੁੱਕੇ ਨੇ। ਹੁਣ ਇਹ ਸਾਰੇ ਦਾ ਸਾਰਾ ਕੁਛ ਅਸੀਂ ਇੱਕ ਅਜਿਹੀ ਥਾਂ ਤੋਂ ਲੈ ਰਹੇ ਹਾਂ ਜਿਸ ਦੇ ਵਿੱਚ ਸਿਰਫ ਇਸ ਕਰਕੇ ਕਿ ਪੰਜਾਬੀ ਹੁੰਨੇ ਆ ਅਸੀਂ ਸਪਰਮ ਡੋਨੇਟ ਕਰਾਂਗੇ। ਕਿਉਂ? ਯਾਨੀ ਅਸੀਂ ਇੱਕ ਅਜਿਹੀ ਚੀਜ਼ ਨਾਲ ਆਪਣੇ ਆਪ ਨੂੰ ਬੰਨ੍ਹ ਲਿਆ ਜਿਸ ਦੇ ਸ਼ਿਕਾਰ ਵੀ ਅਸੀਂ ਆਪ ਹੀ ਹੋ ਰਹੇ ਹਾਂ। ਅਸੀਂ ਇੱਕ ਪਾਸੇ ਤੇ ਕਹਿ ਰਹੇ ਕਿ ਅਸੀਂ ਪੰਜਾਬੀ ਅਸੀਂ ਸਪਰਮ ਕਿਵੇਂ ਦੇ ਸਕਦੇ, ਉੱਥੇ ਆ ਗਈ ਅਣਖ ਦੀ ਗੱਲ। ਦੂਜੇ ਪਾਸੇ ਜੇ ਦੂਜੇ ਅਸੀਂ ਸਪਰਮ ਉੱਥੇ ਆ ਗਏ ਬੇਅਣਖ ਦੀ ਗੱਲ। ਇਹ ਸਾਡਾ ਪੰਜਾਬੀਆਂ ਦਾ ਕਿਰਦਾਰ ਕਿਵੇਂ ਦਾ ਬਣ ਗਿਆ ਜੀ? ਬਿਲਕੁਲ। ਹੁਣ ਅੱਗੇ ਸੁਣੋ, ਬਹੁਤ ਸਾਰੇ ਮਾਪਿਆਂ ਨੂੰ ਪਤਾ ਨਹੀਂ, ਪਰ ਇੱਕ ਸਾਡੀ ਨੈਸ਼ਨਲ ਅੰਗਰੇਜ਼ੀ ਦੀ ਅਖਬਾਰ ਵਿੱਚ ਮੁੱਖ ਪੰਨੇ 'ਤੇ ਸ਼ਾਇਦ ਤੁਹਾਡੀ ਵੀ ਨਜ਼ਰੀ ਪਏ ਹੋਣ ਕਿ ਜਿਹਦੇ ਵਿੱਚ ਲਿਖਿਆ ਸੀ ਕਿ ਕਾਲਜ ਦੇ ਯੰਗ ਮੁੰਡੇ 18 ਸਾਲ ਤੋਂ ਉੱਪਰਲੇ ਉਹ ਬੱਚੇ ਆਪਣੇ ਯਾਨੀ ਸ਼ੌਕ ਪੂਰੇ ਕਰਨ ਲਈ 1 ਜਾਂ 2 ਨਹੀਂ ਭਾਰੀ ਗਿਣਤੀ ਵਿੱਚ ਡੋਨੇਸ਼ਨ ਸਪਰਮ ਕਰਨ ਲੱਗ ਗਏ ਨੇ। ਪੇਰੈਂਟਸ ਨੂੰ ਪਤਾ ਨਹੀਂ, ਪਤਾ ਵੀ ਕਿਵੇਂ ਲੱਗਿਆ ਕਿ ਉਹ ਤੁਹਾਡੇ ਵਾਂਗ ਹੀ ਕੋਈ ਮਿਹਨਤੀ ਸਨ, ਪੱਤਰਕਾਰ ਸਨ, ਉਹਨਾਂ ਨੇ ਜਾ ਕੇ ਦੇਖਿਆ ਵੀ ਲੰਬੀਆਂ ਲਾਈਨਾਂ ਇੱਥੇ ਢੇਰ ਤੇ ਢੇਰ ਜਾ ਰਹੇ ਨੇ ਡੋਨੇਸ਼ਨ ਵਿੱਚ, ਵੀ ਇੰਨੇ ਨੌਜਵਾਨ ਮੁੰਡੇ ਆਖਰ ਕੀ ਹੈ। ਤਾਂ ਉਹ ਪਤਾ ਲੱਗਿਆ ਕਿ ਡੋਨੇਸ਼ਨ ਲਈ ਜਾ ਰਹੇ ਸਨ। ਸੋ ਕਾਲਜਸ ਦੇ ਮੁੰਡੇ ਇਹ ਜੋ ਜਾਣੇ ਸ਼ੁਰੂ ਹੋਏ ਨੇ। ਪੋਜ਼ੀਟਿਵ ਗੱਲ ਇਸ ਕਰਕੇ ਹੈ ਕਿ ਸਾਡੇ ਖਰੀਦੋ ਫਰੋਖਤ ਦਾ ਜ਼ਮਾਨਾ ਹੈ ਨਾ, ਸੋ ਜਿਹੜੇ ਕੁਛ ਅਮੀਰ ਹੋਣ ਫੈਮਲੀਜ਼ ਉਹ ਆਪਣੇ ਪਹਿਲਾਂ ਹੀ ਦਿੰਦੇ ਨੇ, ਜਦੋਂ ਸਪਰਮ ਲੈਣਾ ਪਹਿਲਾਂ ਹੀ ਪੁੱਛਦੇ ਨੇ ਜੀ ਬਿੱਲੀਆਂ ਅੱਖਾਂ ਵਾਲਾ ਇਹ ਹੋਵੇ ਬੰਦਾ ਜਿਸ ਦੀ ਡੋਨੇਸ਼ਨ ਹੈ, ਇੰਨੀ ਇਹਦੀ ਹਾਈਟ ਹੋਵੇ, ਇਸ ਤਰੀਕੇ ਦਾ ਗੋਰਾ ਰੰਗ ਹੋਵੇ, ਵਾਲ ਇੱਦਾਂ ਦੇ ਭੂਰੇ ਹੋਣ, ਤਾਂ ਅਸੀਂ ਇਸ ਸਪਰਮ ਲਈ ਮਤਲਬ ਨੋਰਮਲ ਨਾਲੋਂ 5 ਜਾਂ 10 ਗੁਣਾ ਵੱਧ ਵੀ ਅਸੀਂ ਪੈਸੇ ਦੇ ਦੇਵਾਂਗੇ। ਜੋ ਆਮ ਇਸ ਖਰੀਦੋ ਫਰੋਖਤ ਵਿੱਚ ਰੇਟ ਜੋ 20,000 ਤੱਕ ਜਾਂ 25,000 ਜਾਂ ਬਹੁਤ 50 ਵੀ ਲੈ ਲੈਂਦੇ ਨੇ, ਜਦ ਕਿ ਪੂਰੇ ਪ੍ਰੋਸੀਜਰ ਲਈ 2.5 ਤੋਂ ਪੌਣੇ 3 ਲੱਖ ਰੁਪਇਆ ਲੱਗ ਰਿਹਾ ਹੈ।
ਪਰ ਉਹ ਜਦੋਂ ਬੇਸ਼ਰਮੀ ਦੀ ਹੱਦ ਇਹਨੂੰ ਕਹਾਂਗੇ। ਮੈਂ ਉਹੀ ਕਹਿਣਾ ਚਾਹ ਰਹੀ ਹਾਂ ਕਿ ਜਦੋਂ ਸੁਣੀਦਾ ਮੈਨੂੰ ਲੱਗਦਾ ਕਿ ਸੁਣਨ ਵਾਲਿਆਂ ਨੂੰ ਸ਼ਾਇਦ ਲੱਗੇ, ਕਿਉਂਕਿ ਸਾਡੀ ਟਿਊਬ ਵਿਜ਼ਨ ਹੁੰਦੀ, ਅਸੀਂ ਆਪਣੇ ਉਨੀ ਕੁ ਜਿੰਨਾ ਕੁ ਸੋਚ ਪਾਲੀ ਉੱਥੇ ਤੱਕ ਕਹਿ ਦਿੰਦੇ ਆ ਤਾਂ ਠੀਕ ਹੈ, ਬਾਕੀ ਤਾਂ ਜੀ ਗੱਲਾਂ ਹੀ ਗਲਤ ਆ। ਪਰ ਜਿਹੜਾ ਬੰਦਾ ਡੀਲ ਕਰ ਰਿਹਾ ਰੋਜ਼, ਮਿਸਾਲ ਵਜੋਂ ਜੇ ਮੇਰੇ ਕੋਲ 10 ਕੁੜੀਆਂ ਆ ਕੇ ਆਪਣਾ ਰੋਣਾ ਰੋਂਦੀਆਂ ਕਿ ਇਹ ਕੰਮ ਕਰਦੀ ਹੈ ਕੁੜੀਆਂ ਲਈ, ਤਾਂ ਮੈਨੂੰ ਨਹੀਂ ਲੱਗਦਾ ਉਹ 10 ਤੁਹਾਡੇ ਕੋਲ ਆਉਣਗੀਆਂ ਵੀ ਅਸੀਂ ਦੁਖੜਾ ਰੋ ਲਈਏ, ਕਿਉਂਕਿ ਉਹ ਤੁਹਾਨੂੰ ਸ਼ਾਇਦ ਉਸ ਪੱਧਰ 'ਤੇ ਨਾ ਜਾਣਦੀਆਂ ਹੋਣ। ਜੇ ਮੈਂ ਉਹਨਾਂ ਵਿੱਚੋਂ ਕਿਸੇ ਦੀ ਪ੍ਰੋਬਲਮ ਸੋਲਵ ਕਰਾਂਗੀ, ਹੋ ਸਕਦਾ ਕੋਈ ਕਵੇ ਸਾਡੇ ਕੋਲ ਤਾਂ ਕਦੇ ਕੁੜੀ ਨਹੀਂ ਕੋਈ ਆਈ ਕਹਿਣ ਨੂੰ, ਇਹ ਤਾਂ ਐਵੇਂ ਦੀਆਂ ਗੱਲਾਂ। ਮੈਂ ਐਗਜ਼ੈਕਟਲੀ ਉਹੀ ਕਹਿ ਰਹੀ ਹਾਂ ਕਿ ਇਹ ਖਰੀਦੋ ਫਰੋਖਤ ਜਾਰੀ ਹੈ, ਜਿਸ 'ਚ ਇਹੋ ਜਿਹੀਆਂ ਸਪੈਸੀਫਿਕੇਸ਼ਨਸ ਦੇ ਕੇ ਵੀ ਮੰਗਿਆ ਜਾਂਦਾ, ਉਸ ਲਈ 1.5 ਲੱਖ ਰੁਪਇਆ ਵੀ ਬ੍ਰੋਕਰ ਨੂੰ ਦਿੱਤਾ ਜਾ ਰਿਹਾ। ਯਾਨੀ ਅਸੀਂ ਪੰਜਾਬੀ ਆਪਣਾ ਰੂਪ ਨਾ ਲੈ ਕੇ ਇਹੋ ਜਿਹੇ ਬੰਦਿਆਂ ਤੋਂ ਵੀ ਮੰਗ ਕਰ ਰਹੇ ਹਾਂ ਵੀ ਇਸ ਤਰ੍ਹਾਂ ਦਾ ਜੇ ਦਿਓਗੇ, ਸਪੈਸੀਫਿਕੇਸ਼ਨ ਦਿਓਗੇ, ਅਸੀਂ ਇੱਦਾਂ ਦਾ ਲੈਣਾ ਚਾਹਾਂਗੇ। ਪੰਜਾਬੀ ਤੇ ਆਪਾਂ ਅਣਖ ਦੇ ਤੌਰ 'ਤੇ, ਜੁਝਾਰੂ ਦੇ ਤੌਰ 'ਤੇ, ਯੋਧਿਆਂ ਦੇ ਤੌਰ 'ਤੇ ਜਾਣੇ ਜਾਂਦੇ ਹੈਗੇ। ਕਿਵੇਂ ਦਾ ਪੰਜਾਬ ਦਾ ਫਿਊਚਰ ਇਸ ਮਸਲੇ 'ਚ ਅਗਰ ਸਮਾਜਿਕ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਖਤਰਨਾਕ ਆ। ਅਤੇ ਇਹ ਤਾਂ ਇੱਕ ਤਾਂ ਹੁੰਦਾ ਨਾ ਡਰਾਉਣਾ ਸੁਪਨਾ, ਇਹ ਤਾਂ ਜਾਗਦਿਆਂ ਹੁੰਦਾ ਸੁਪਨਾ ਮਾੜਾ ਹੈ ਜੀ। ਅੱਛਾ ਜੀ, ਇੱਕ ਹੋਰ ਦੱਸਦੀ ਹਾਂ ਤੁਹਾਨੂੰ, ਸਾਡੇ ਪੰਜਾਬੀਆਂ 'ਚ ਥੈਲਾਸੀਮੀਆ ਜੀਨ ਹੈ ਜੀ। ਇਸੇ ਤਰ੍ਹਾਂ ਸਿਕਲ ਸੈੱਲ ਇੱਕ ਹੁੰਦੀ ਜੇ ਬਿਮਾਰੀ ਜੋ ਅਸਾਮ ਵਾਲੇ ਪਾਸੇ ਦੀ ਹੈ। ਹੁਣ ਜਦੋਂ ਉੱਥੋਂ ਦੇ ਕਿਸੇ ਦਾ ਕੋਈ ਇਸ ਤਰ੍ਹਾਂ ਡੋਨੇਸ਼ਨ ਆਏਗੀ ਅਤੇ ਕੁਝ ਸਾਡੇ ਦਾ ਇੱਦਾਂ ਸੁਮੇਲ ਜਿਹੜਾ ਚੀਜ਼ੇ ਵੱਖੋ ਵੱਖਰੀਆਂ ਬਿਮਾਰੀਆਂ ਦਾ ਜੀਨ ਆਏਗਾ, ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਵਿਸ਼ਵ ਪੱਧਰ 'ਤੇ ਜੈਨੇਟਿਸਟ ਸਿਰ ਫੜ ਕੇ ਬੈਠੇ ਨੇ ਭਾਈ, 2 ਮਾਰੂ ਕਿਸਮ ਦੇ ਜੀਨ ਇਕੱਠੇ ਹੋ ਗਏ ਤਾਂ ਅਸੀਂ ਤਾਂ ਬਰਬਾਦੀ ਤਬਾਹੀ ਵੱਲ ਜਾਵਾਂਗੇ, ਕਿਉਂਕਿ ਉਹ ਜੀਣ ਯੋਗ ਹੀ ਨਹੀਂ ਹੋਣੀ ਅਗਲੀ ਪੁਸ਼ਤ। ਯਾਨੀ ਅਸੀਂ ਕਿਸੇ ਪਾਸਿਓਂ ਮੈਨੂੰ ਲੱਗਦਾ ਵੀ ਅਸੀਂ ਜਾਗ ਚੁੱਕੇ ਹੋਈਏ, ਸਿਵਾਏ ਇਹਦੇ ਕਿ ਅਸੀਂ ਹੁਣ ਅੱਜ ਕੱਲ੍ਹ ਕਬੂਤਰ ਬਣ ਗਏ ਨਾ ਜੀ, ਨਾ ਅੱਖਾਂ ਬੰਦ ਕਰ ਲਓ, ਬਿੱਲੀ ਬੁੱਲੀ ਕੋਈ ਨਹੀਂ ਹੈ। ਉਹ ਸਾਨੂੰ ਸਭ ਤੋਂ ਸੌਖਾ ਕੰਮ ਲੱਗਦਾ, ਕਿਉਂਕਿ ਜਦੋਂ ਪਤਾ ਲੱਗੇ ਨਾ ਵੀ ਕੋਈ ਕੰਮ ਕਰਨਾ ਤਾਂ ਕੰਮ ਕਰਨ ਲਈ ਉੱਠਣਾ ਪੈਂਦਾ। ਫਿਰ ਜਦੋਂ ਅਸੀਂ ਸੀਮਤ ਆਪਣੇ ਘੇਰੇ 'ਚ ਵੀ ਆਪਣਾ ਹੀ ਕੰਮ ਕਰਨਾ, ਬਸ ਇੱਥੇ ਤੱਕ ਸੀਮਤ ਆ, ਉਦੋਂ ਅਸੀਂ ਸਿਰਫ ਨਕਾਰਦੇ ਹਾਂ, ਬਸ ਇਹ ਨਹੀਂ ਹੈ। ਪਰ ਇਸ ਮਸਲੇ ਤੋਂ ਲੱਗਦਾ ਕਿ ਸਮਾਜ, ਸਰਕਾਰ ਜਾਂ ਧਾਰਮਿਕ ਜਿਹੜੇ ਵਿਦਵਾਨ ਨੇ ਜਾਂ ਦੂਜੇ ਵਿਦਵਾਨ ਨੇ ਜਾਂ ਡੇਰੇ, ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਪੰਜਾਬੀ ਪੀੜ੍ਹੀ ਨੂੰ, ਪੰਜਾਬੀ ਜ਼ੁਬਾਨ ਨੂੰ ਬਚਾਉਣ ਵਾਸਤੇ। ਮੈਂ ਜਾਣਨਾ ਚਾਹਾਂਗੀ, ਜੇ ਤੁਹਾਨੂੰ ਪਤਾ ਹੈ ਕਿਸੇ ਡੇਰੇ ਵਿੱਚ ਕਹਿੰਦੇ ਹੋਣ ਜਾ ਬਈ ਜਾ ਤੇਰੇ ਘਰ ਧੀ ਜੰਮੇ, ਜੇ ਨਹੀਂ ਪਤਾ, ਮੈਨੂੰ ਅਜੇ ਤੱਕ ਨਹੀਂ ਪਤਾ, ਮੈਂ ਜਾਣਨਾ ਚਾਹੁੰਦੀ ਹਾਂ, ਕਿਉਂਕਿ ਲੋਕ ਸਾਰੇ ਜਾਂਦੇ ਨੇ ਪੁੱਤਰਾਂ ਦੀ ਅਸੀਸ ਲੈਣ ਲਈ, ਤਾਂ ਡੇਰੇ ਵਾਲੇ ਕੀ ਕਰਨਗੇ? ਜਾਂ ਮੈਨੂੰ ਇਹ ਦੱਸ ਦਿਓ, ਜਿਸ ਧਾਰਮਿਕ ਥਾਂ 'ਤੇ ਔਰਤ ਨੂੰ ਅੱਧੀਆਂ ਥਾਵਾਂ 'ਤੇ ਜਿਹੀਆਂ ਨੇ ਔਰਤ ਦੇ ਵੜਨ ਦੀ ਮਨਾਹੀ ਹੈ, ਅਜੇ ਤੁਹਾਨੂੰ ਪਤਾ ਜੇ ਅਸੀਂ ਪੰਜਾਬ ਅੰਦਰ ਅਜਿਹੀ ਥਾਂ ਹੈ ਜਿੱਥੇ ਔਰਤ ਨੂੰ ਮਾਹਵਾਰੀ ਹੋਏ ਤੇ ਘਰੋਂ ਬਾਹਰ ਕਰ ਦਿੰਦੇ ਨੇ, ਇਹ ਅਪਵਿੱਤਰ ਹੋ ਗਈ ਹੈ। ਜਦੋਂ ਅਸੀਂ ਇਸ ਸੋਚ ਨਾਲ ਪੀੜਤ ਹੋਈਏ ਕਿ ਸਾਡੀਆਂ ਧਾਰਮਿਕ ਥਾਵਾਂ ਵਿੱਚ ਮਾਂ ਦੀ ਜ਼ਾਤ ਦੀ ਕੋਈ ਵੀ ਔਰਤ ਕੀਰਤਨ ਨਹੀਂ ਰੱਬ ਦੇ ਨਾਂ ਦਾ ਕਰ ਸਕਦੀ ਹੋਏ, ਤਾਂ ਉੱਥੋਂ ਤੁਸੀਂ ਕੀ ਪਾਲਦੇ ਹੋ ਕਿ ਉਹ ਕਹਿਣਗੇ ਔਰਤ ਦੇ ਹੱਕ ਦੀ ਆਵਾਜ਼ ਚੁੱਕੀਏ, ਜਾਂ ਭਾਈ ਪੰਜਾਬੀਓ ਘਰ ਵਿੱਚ ਧੀਆਂ ਜੰਮ ਲੈਣ ਦਿਓ? ਇਹ ਕਿਉਂ ਕਹਿਣਗੇ? ਜਿਨ੍ਹਾਂ ਦੀ ਆਪਣੀ ਹੋਂਦ ਸਿਰਫ ਉਸ ਥਾਂ ਤੱਕ ਸੀਮਤ ਹੈ, ਜਿਸ ਦਾ ਆਧਾਰ ਇਹ ਸਾਰੀਆਂ ਬੇਤੁਕੀਆਂ ਚੀਜ਼ਾਂ ਦਾ ਪਾਖੰਡਵਾਦ ਨੂੰ ਤੋੜਨ ਦੇ ਉੱਤੇ ਹੋਇਆ ਸੀ। ਅਸੀਂ ਤਾਂ ਮੁੜ ਘਿੜ ਕੇ ਉੱਥੇ ਹੀ ਆ ਚੁੱਕੇ ਹਾਂ ਕਿ ਸਾਰੇ ਦੀ ਸਾਰੀ ਉਹੀ ਚੀਜ਼ ਅਪਣਾ ਲਈ। ਔਰਤ ਦੀ ਇੱਜ਼ਤ ਕਿਹੜੀ ਥਾਂ ਹੋ ਰਹੀ ਹੈ? ਮੈਨੂੰ ਤਾਂ ਦਿਸਦੀ ਨਹੀਂ ਕੋਈ। ਜੇ ਦਿਸ ਰਹੀ ਹੈ ਤਾਂ ਚੋਟੀ ਦੀਆਂ ਕੋਈ 2% 3% ਹੋਣਗੀਆਂ। ਬਾਕੀਆਂ ਦੇ ਵਿੱਚ ਜਿਸ ਤਰੀਕੇ ਦੀ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ, ਜਾਂ ਅੱਤ ਤਾਂ ਇਹ ਹੈ, ਮੈਂ ਆਪਣੇ ਫਾਦਰ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਤੋਂ ਸੁਣਦੀ ਸਾਂ ਕਿ ਉਹ ਪੁਰਾਣੇ ਸਮੇਂ ਸਨ ਬੀਬਾ, ਜਦੋਂ ਘਰ ਦੇ ਬਾਹਰ ਨਾ ਜੁੱਤੀ ਲਾਂਦਾ ਸੀ ਵੱਡਾ ਭਰਾ, ਕੁੜੀਆਂ ਉਦੋਂ ਵੀ ਨਹੀਂ ਸਨ, ਤੇ ਅੱਜ ਵੱਡਾ ਭਰਾ ਹੈ ਤੇ ਉਹ ਦਰਵਾਜ਼ੇ ਦੇ ਅੰਦਰ ਕੋਈ ਜਾਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਤੇ ਅੱਜ ਛੋਟੇ ਭਰਾ ਦੀ ਜੁੱਤੀ ਬਾਹਰ ਹੈ ਤਾਂ ਮਤਲਬ ਸੀ ਉਹ ਔਰਤ ਵੰਡੀ ਜਾਂਦੀ ਸੀ ਘਰਾਂ 'ਚ। ਵੀਰੇ ਮੈਂ ਆਪ ਗਵਾਹ, ਮੇਰੇ ਕੋਲ ਆ ਚੁੱਕੀ ਹੈ ਔਰਤ ਜਿਸ ਨੂੰ ਇਹ ਜਬਰੀ ਕਿਹਾ ਗਿਆ ਸੀ ਕਿ ਤੇਰਾ ਪਤੀ ਨਪੁੰਸਕ ਹੈ ਤਾਂ ਤੂੰ ਦਿਓਰ ਨਾਲ ਰਾਤ ਗੁਜ਼ਾਰ, ਜੇ ਉੱਥੋਂ ਵੀ ਨਹੀਂ ਹੋਏਗਾ ਤਾਂ ਸਹੁਰੇ ਨਾਲ ਰਾਤ ਗੁਜ਼ਾਰ। ਅਸੀਂ ਤਾਂ ਇਹ ਇੱਜ਼ਤ ਰੱਖੀ ਹੈ ਪੰਜਾਬ ਦੇ ਵਿੱਚ ਔਰਤ ਦੀ, ਤੇ ਤੁਹਾਨੂੰ ਸ਼ਾਇਦ ਅੰਦਾਜ਼ਾ ਵੀ ਨਾ ਹੋਏ ਕਿ
ਮੇਰਾ ਤਾਂ ਦਿਲ ਕੰਬਦਾ ਦੱਸਦਿਆਂ ਕਿ ਮੁੱਲ ਕੀ ਹੁੰਦਾ ਕੀ ਜੇ। ਮੁੱਲ ਖਰੀਦੀ ਜਾਣ ਵਾਲੀ ਔਰਤ, ਇਹ ਪੰਜਾਬੀ ਜੋ ਸੜਕਾਂ ਦੇ ਉੱਤੇ ਅਸੀਂ ਲੰਗਰ ਲਾ ਕੇ ਹੋਰਨਾਂ ਦਾ ਢਿੱਡ ਰਜਾਉਂਦੇ ਆ ਨਾ, ਤੇ ਜਦੋਂ ਇਹ ਮੁੱਲ ਖਰੀਦੀਆਂ ਔਰਤਾਂ 50-50 ਰੁਪਏ ਲਈ ਲਿਆਈਆਂ ਜਾਂਦੀਆਂ ਨੇ। ਪੰਜਾਬ ਵਿੱਚ ਇਹ ਖਬਰ ਹਿੰਦੁਸਤਾਨ ਟਾਈਮਜ਼ ਵਿੱਚ ਛਪ ਚੁੱਕੀ ਜੇ, ਸੀਰੀਜ਼ ਛਪੀ ਸੀ ਕਿ ਉਹ ਔਰਤਾਂ ਜਿਨ੍ਹਾਂ ਤੋਂ ਸਿਰਫ ਪੁੱਤਰ ਜਮਾਇਆ ਜਾਂਦਾ, ਕੋਈ ਹੱਕ ਨਹੀਂ ਉਹਨਾਂ ਨੂੰ ਉਸ ਘਰ ਤੇ ਜਾਂ ਪੁੱਤਰ ਤੇ ਜਾਇਦਾਦ ਤੇ, ਅੱਗੋਂ ਫਿਰ ਵਿਕਦੀਆਂ ਨੇ। 10-10 ਰੁਪਏ ਤੱਕ ਦੀ ਕੀਮਤ ਤੱਕ, ਘੱਟੋ ਘੱਟ 10-10 ਨਿਆਣੇ ਜੰਮਣ ਬਾਅਦ ਸੜਕਾਂ ਤੇ ਸੁੱਟ ਦਿੱਤੀਆਂ ਜਾਂਦੀਆਂ ਨੇ। ਕੁਝ ਅੰਨੀਆਂ ਹੋ ਜਾਂਦੀਆਂ ਨੇ, ਕੁਝ ਮਾਨਸਿਕ ਰੋਗੀ ਹੋ ਜਾਂਦੀਆਂ ਨੇ, ਇੱਕ ਵੇਲੇ ਦੀ ਰੋਟੀ ਮਿਲਦੀ ਹੈ। ਜਦੋਂ ਮੋਲਕੀਆਂ ਵੀ ਪੰਜਾਬ ਵਿੱਚ ਹੋਣ ਤੇ ਲੁਧਿਆਣੇ ਦੇ ਨੇੜੇ ਖਬਰ ਆਵੇ ਕਿ ਕੁੜੀਆਂ ਦਾ ਅਸੀਂ ਬਾਲ ਵਿਆਹ ਪੰਜਾਬ ਵਿੱਚ ਕਰਨ ਲੱਗ ਗਏ ਆ, ਖਬਰਾਂ ਛਪ ਜਾਣ, ਤਾਂ ਮੈਨੂੰ ਦੱਸ ਦਿਓ ਔਰਤ ਦੀ ਕੌਣ ਇੱਜ਼ਤ ਕਰ ਰਿਹਾ, ਕੌਣ ਪੰਜਾਬੀ ਪੁਣੇ ਲਈ ਪੀੜਤ ਹੈ। ਮੈਨੂੰ ਦਿਸਦਾ ਕੋਈ ਵਿਰਲੇ ਤੁਹਾਡੇ ਵਰਗੇ ਹੋਣਗੇ 5 ਜਾਂ 7 ਚੋਟੀ ਦੇ ਜਿਹੜੇ ਆਵਾਜ਼ ਚੁੱਕਦੇ ਹੋਣਗੇ, ਹਾਂ ਅੱਜ ਪੰਜਾਬ ਚੱਲਿਆ ਸਿਵਿਆਂ ਦੇ ਰਾਹ, ਵਰਨਾ ਤਾਂ ਸਭ ਸੀਮਤ ਨੇ ਆਪਣੇ ਤੱਕ। ਹੱਦ ਕੀ ਦੇਖਦੇ ਹੋ? ਦੇਖੋ ਸਾਨੂੰ ਸਬਕ ਇੱਕ ਪੰਜਾਬੀਆਂ ਨੂੰ ਬੜਾ ਕਮਾਲ ਦਾ ਸਿਖਾਇਆ ਗਿਆ, ਚੜ੍ਹਦੀ ਕਲਾ ਦਾ, ਕਿ ਜਦ ਤੱਕ ਉਮੀਦ ਦੀ ਆਖਰੀ ਤੰਦ ਵੀ ਬਾਕੀ ਹੈ ਨਾ, ਜੰਗ ਜਾਰੀ ਰਹਿਣੀ ਚਾਹੀਦੀ ਹੈ। ਮੈਂ ਘੱਟੋ ਘੱਟ ਆਪਣੀ ਜ਼ਿੰਦਗੀ ਦਾ ਅਸੂਲ ਇਹੋ ਬਣਾਇਆ ਕਿ ਜਦੋਂ ਕੋਈ ਬਹੁਤ ਨਿਵਾਣ ਵਾਲੀ ਗੱਲ ਦਿਸਦੀ ਹੈ, ਬਹੁਤ ਮਾੜੀ ਦਿਸਦੀ ਹੈ, ਮੈਨੂੰ ਲੱਗਦਾ ਇੱਕ ਕਦਮ ਹੋਰ ਜ਼ਰਾ ਕੁ ਜੰਗ ਤੇਜ਼ ਕਰਨ ਦੀ ਲੋੜ ਹੈ। ਸੋ ਮੈਂ ਤਾਂ ਆਪਣੀ ਸੋਚ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ, ਬੇਟੀਆਂ ਦੇ ਵਿੱਚ, ਮੈਂ ਅੱਗੇ ਬੇਟਿਆਂ ਨਾਲ ਵੀ, ਆਪਣੇ ਪਿਤਾ ਸਮਾਨ ਲੋਕਾਂ 'ਚ ਵੀ, ਭਰਾਵਾਂ ਨਾਲ ਵੀ, ਸਭਨਾਂ ਨਾਲ ਇਹ ਗੱਲਾਂ ਸਾਂਝੀਆਂ ਕਰਦੀ ਰਹੀ ਕਿ ਐਕਸ ਤੇ ਵਾਈ ਕ੍ਰੋਮੋਸੋਮ ਕੀ ਹੁੰਦਾ, ਕਿ ਇਹ ਪਿਤਾ ਤੇ ਨਿਰਭਰ ਹੈ ਬੇਟਾ ਹੋਣਾ ਜਾਂ ਨਹੀਂ, ਔਰਤ ਤੇ ਨਿਰਭਰ ਨਹੀਂ ਹੈ। ਉਹ ਤਾਂ ਪੰਗੂੜਾ ਜੇ ਇੱਕ, ਉਹਦੇ ਵਿੱਚ ਤਾਂ ਜੋ ਵੀ ਆਏਗਾ ਉਹਨੇ ਪਾਲ ਲੈਣਾ। ਮੈਂ ਹੁਣ ਸੋਚਿਆ ਕਿ ਬੇਟੀਆਂ ਨੂੰ ਤਗੜੇ ਕਰਾਂ, ਬੜਾ ਤਗੜਾ ਰਿਸਪੌਂਸ ਵਾਪਸ ਵੀ ਮਿਲਿਆ ਜਦੋਂ ਮੈਂ ਉਹਨਾਂ ਨਾਲ ਗੱਲ ਸਾਂਝੀ ਕਰਦੀ ਹਾਂ ਵੀ ਤੁਸੀਂ ਸਿਰਫ ਰਸੋਈਆਂ ਤੱਕ ਸੀਮਤ ਨਹੀਂ, ਤੁਹਾਡੇ ਕੋਲ ਪਿਛਾਂਹ ਨੇ ਜਿਹੜੇ ਪਹਾੜੀ ਰਾਜਿਆਂ ਨਾਲ ਜੰਗਾਂ ਵਿੱਢ ਸਕਦੀਆਂ ਸਨ, ਭਾਈ ਨੇਜ਼ੇ ਚਲਾ ਸਕਦੀਆਂ ਹੋ, ਤੁਸੀਂ ਕਿਉਂ ਇੱਥੇ ਤੱਕ ਸੀਮਤ ਹੋ, ਕਿਉਂ ਬਾਲ ਵਿਆਹਾਂ 'ਚ ਜਾਣਾ? ਆਵਾਜ਼ ਚੁੱਕਣੀ ਸਿੱਖੋ, ਹੱਕਾਂ ਬਾਰੇ ਜਾਣੋ। ਬਹੁਤ ਸਾਰੀਆਂ ਨੇ ਜੋ ਪੋਜ਼ਿਟਿਵ ਵਿਊ ਨਾਲ ਤੁਰੀਆਂ ਨੇ। ਇੱਕ ਜੋ ਮੈਂ ਹਰ ਥਾਂ ਤੋਂ ਆਵਾਜ਼ ਜੋ ਸੁਣੀ ਤੇ ਜੋ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ, ਸਾਡੇ ਕੋਲ ਸਾਡੇ ਵੀਰਾਂ ਲਈ ਬਹੁਤ ਤਗੜੇ ਆਈਕਨਸ ਨੇ। ਅਸੀਂ ਕਿਤੋਂ ਵੀ ਸ਼ੁਰੂ ਹੋ ਜਾਈਏ, ਅੱਜ ਦੀ ਗੱਲ ਤੋਂ ਵੀ ਸ਼ਹੀਦ ਭਗਤ ਸਿੰਘ ਜੀ ਤੋਂ ਲੈ ਕੇ ਪਿਛਾਂਹ ਤੁਰ ਪਓ ਤਾਂ ਸਾਡੇ ਕੋਲ ਹਰੀ ਸਿੰਘ ਨਲੂਆ ਜੀ ਤੇ ਕੀ ਕੋਈ ਅੰਤ ਨਹੀਂ, ਗਿਣਨ ਲੱਗੋ ਕੋਈ ਹੈ ਹੀ ਨਹੀਂ। ਜ਼ਰਾ ਖਿਆਲ ਕਰਿਓ ਸਾਡੇ ਇਤਿਹਾਸਕਾਰਾਂ ਨੇ ਔਰਤਾਂ ਲਈ ਛੱਡਿਆ ਕੀ ਹੈ। ਅਸੀਂ 2 ਗਿਣ ਕੇ ਚੁੱਪ ਹੋ ਜਾਂਦੇ ਹਾਂ, ਤੇ ਜਦ ਕਿ ਮੈਂ ਇੱਥੋਂ ਤੱਕ ਦੀ ਕਹਿਣ ਦੀ ਹਿਮਾਕਤ ਕਰ ਰਹੀ ਹਾਂ ਕਿ ਜੇ 300 ਔਰਤਾਂ ਮੀਰ ਮੰਨੂ ਦੀ ਜੇਲ੍ਹ 'ਚ ਤਬਦੀਲ ਹੋ ਗਈਆਂ ਹੁੰਦੀਆਂ ਨਾ, ਇਹ ਪੌਦ ਨਹੀਂ ਸੀ ਹੋਣੀ। ਜੇ ਹਿਟਲਰ ਦੀ ਪੌਦ ਅੱਜ ਤੱਕ ਤੁਰ ਰਹੀ ਹੈ ਨਾ, ਤਾਂ ਉਹ 300 ਔਰਤਾਂ ਸੀ ਜਦੋਂ ਉਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸਨ। ਉਹਨਾਂ ਨੇ ਜਾਨ ਵਾਰਤੀ, ਇੱਥੋਂ ਤੱਕ ਕਹਿਤਾ ਇੱਕ ਨਹੀਂ 100 ਪੁੱਤਰ ਕੁਰਬਾਨ ਕਰ ਦਿੰਦੇ, ਪਰ ਅਸੀਂ ਜੁੜੀਆਂ, ਤੇ ਕੋਈ ਜਬਰੀ ਨਹੀਂ ਸੀ ਜੁੜੀਆਂ। ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ 300 ਚੋਂ 10 ਔਰਤਾਂ ਦਾ ਨਾਂ ਯਾਦ ਰੱਖ ਸਕੇ। ਮੈਨੂੰ ਪਤਾ ਮੈਂ ਕਿੰਨੀ ਪੀੜ ਲਾ ਕੇ ਉਹਨਾਂ ਵਿੱਚੋਂ ਬੀਬੀ ਲੱਖੀ ਲੱਭ ਸਕੀ। ਇੱਕ ਇਹੋ ਜਿਹੀਆਂ ਬੀਬੀਆਂ ਮੈਂ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਸਾਡੀਆਂ ਬੇਟੀਆਂ ਸਮਝਣ, 1 ਜਾਂ 2 ਨਹੀਂ 50% ਨੇ ਉਹਨਾਂ ਵਿੱਚ ਜਿਹੜੀਆਂ ਔਰਤਾਂ ਨੇ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਜਾਂ ਕਿਤੇ ਵੀ ਹੋਣ, ਇਹ ਜਾਨਾਂ ਵਾਰ ਕੇ ਗਈਆਂ ਸਨ। ਤੇ ਇਹੀ ਨੇ ਜੇ ਤਗੜੀਆਂ ਹੋਣਗੀਆਂ ਤਾਂ ਨਲੂਏ ਜੰਮਣਗੀਆਂ, ਨਹੀਂ ਤਾਂ ਫਿਰ ਗਿੱਦੜੀ ਜੰਮਣਗੇ, ਪੌਦ ਨਹੀਂ ਜੇ ਰਹਿਣੀ। ਸਵਾਲ ਹੈ ਕਿ ਪਿੱਛੇ ਜੇ ਅਕਾਲ ਤਖਤ ਜਥੇਦਾਰ, ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਟੇਟਮੈਂਟ ਆਈ ਸੀ ਕਿ 4 ਨਿਆਣੇ ਪੈਦਾ ਕਰੋ ਜੀ। ਇੱਥੇ ਤੇ ਇੱਕ ਦਾ ਪੰਗਾ ਪੈ ਗਿਆ ਜੀ, ਇੱਕ ਦੀ ਵੀ ਆਸ ਨਹੀਂ ਜੀ। ਤੇ ਫਿਰ ਸਾਡਾ ਪੰਜਾਬੀ ਪੂਣਾ, ਜੇ ਅਸੀਂ ਕਹਿੰਦੇ ਬੜੇ ਅਸੀਂ ਪੰਜਾਬੀ ਹੁੰਦੇ ਆ ਜੀ, ਉਹ ਤਾਂ ਖਤਮ ਹੋ ਗਈ ਫਿਰ ਤੇ ਜੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦੀ ਹਾਂ। ਮੇਰੇ ਕੋਲ ਆਊਟਡੋਰ ਦੇ ਵਿੱਚ ਐਡੀਆਂ ਥੱਬੀਆਂ, ਮੈਂ ਹੁਣ ਰਜਿੰਦਰਾ ਹਸਪੀਟਲ 'ਚ ਤਾਂ ਬੱਚਿਆਂ ਦੀ ਸਪੈਸ਼ਲਿਸਟ ਹਾਂ, ਐਡਾ ਥੱਬਾ ਇੱਕ ਬੰਦੇ ਨੇ ਮੇਰੇ ਕੋਲ ਪਰਚੀਆਂ ਦਾ ਰੱਖਿਆ, ਤੇ ਮੈਂ ਉਹਨੂੰ ਹੱਸ ਕੇ ਕਹਿ ਦਿੱਤਾ ਅੱਜ ਪੂਰੀ ਕਲੋਨੀ ਦਿਖਾਉਣ ਲਈ ਲਿਆਇਓ। ਤੇ ਉਹ ਬੜਾ ਤਲਖ ਜੀ ਆਵਾਜ਼ 'ਚ ਕਹਿਣ ਲੱਗਾ ਇਹ ਸਾਰੇ 18 ਮੇਰੇ ਹੀ ਨੇ।
ਮੈਨੂੰ ਖਿਮਾ ਮੰਗਣੀ ਪਈ ਵੀ ਅੱਛਾ ਭਾਈ ਮੈਨੂੰ ਕਿਉਂਕਿ ਅੰਦਾਜ਼ਾ ਹੀ ਨਹੀਂ ਸੀ ਵੀ 18 ਅੱਜ ਦੇ ਦਿਨ 20 ਬੱਚੇ ਹੋ ਸਕਦੇ ਨੇ। ਵੇਖਦੇ ਐਵੇਂ ਹੀ ਉਹਨੂੰ ਪੁੱਛ ਲਿਆ ਵੀ ਕਿਉਂਕਿ ਉਹ ਮੈਨੂੰ ਲੱਗ ਨਹੀਂ ਸੀ ਰਿਹਾ ਇੱਥੇ ਦਾ ਪੰਜਾਬੀ, ਪ੍ਰਵਾਸੀ ਸੀ ਮੈਂ ਜਦੋਂ ਦੇਖਿਆ। ਤੇ ਮੈਂ ਪੁੱਛ ਲਿਆ ਵੀ ਬੱਚੇ ਤੈਨੂੰ ਔਖਾ ਨਹੀਂ ਹੁੰਦਾ ਵੀ ਇੰਨਿਆਂ ਨੂੰ ਖਾਣਾ ਪਿਆਣਾ, ਕਿੰਨੀ ਮਿਹਨਤ ਤੁਸੀਂ ਕਰ ਰਹੇ ਹੋ ਦਿਨ ਰਾਤ, ਇਹੀ ਘੱਟ ਹੁੰਦੇ ਵਧੀਆ ਪੜ੍ਹਾ ਲੈਂਦੇ, ਅਗਾਂਹ ਤੋਰ ਲੈਂਦੇ। ਪਤਾ ਜੀ ਉਹਨੇ ਕੀ ਕਿਹਾ? ਮੇਰਾ ਖਿਆਲ ਮੇਰੇ ਤਾਂ ਕਹਿਣ ਦੀ ਲੋੜ ਹੀ ਨਹੀਂ, ਉਹਨੇ ਜੋ ਕਿਹਾ ਉਹ ਸਾਰੇ ਪੰਜਾਬੀਆਂ ਦੀਆਂ ਅੱਖਾਂ ਖੋਲ ਦੇਗਾ। मैडम इनके आपके पंजाबी एक एक है, किसी के एक भी नहीं, खाली मकान पड़े हैं। जो डॉलर ये बाहर से भेजेंगे ना उनको किसी ने तो यूज़ करना है ना। ये 18 जब उस एक पे जाएंगे कहाँ रहेंगे? इन 18 के आगे 18 आएंगे, देखना यहाँ के IPS भी यहाँ के IAS भी हमारे ही बेटे होंगे। ਜ਼ਰਾ ਇਹਦਾ ਜਵਾਬ ਦੇ ਲਿਓ। ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਕਿਹਨਾਂ ਨੂੰ? ਮੈਂ ਬਿਲਕੁਲ ਉਹਦੇ ਵਿਰੁੱਧ ਨਹੀਂ ਆ, ਮੈਂ ਸਲੂਟ ਕਰਦੀ ਹਾਂ ਜਿਹਦੀ ਦੂਰ ਤੱਕ ਦੀ ਸੋਚ ਹੈ ਕਿ ਮੈਂ ਰਾਜ ਕਰਨ ਆਇਆ, ਪਰ ਅਸੀਂ ਰਾਜ ਕਰ ਰਹੇ ਸੀ, ਅਸੀਂ ਕਿੱਥੇ ਚੱਲ ਰਹੇ? ਕਿਉਂ ਆਪਣੇ ਆਪ 'ਚ ਕਹਿੰਦੇ ਕਿ ਪੰਜਾਬ ਰਹਿਣ ਦੇ ਲਾਇਕ ਨਹੀਂ ਰਹਿ ਗਿਆ ਜੀ, ਪੰਜਾਬ ਮਾੜਾ ਹੋ ਗਿਆ? ਬਾਬੇ ਨਾਨਕ ਦਾ ਪੰਜਾਬ ਕਿਵੇਂ ਮਾੜਾ ਹੋ ਗਿਆ ਜੀ? ਪੰਜਾਬ ਮਾੜਾ ਹੋ ਗਿਆ ਕਿ ਅਸੀਂ ਮਾੜੇ ਹੋ ਗਏ ਜੀ? ਥਾਂ ਮਾੜੀ ਨਹੀਂ ਹੋਇਆ ਕਰਦੀ, ਸੋਚ ਇਨਸਾਨ ਦੀ ਮਾੜੀ ਹੋ ਜਾਂਦੀ। ਕੁਰਸੀ ਕਦੋਂ ਕਾ ਮਾੜੀ ਹੁੰਦੀ ਜੇ? ਕੁਰਸੀ ਤੇ ਬਹਿਣ ਵਾਲਾ ਮਾੜਾ ਹੋ ਸਕਦਾ ਜੇ। ਉਹੀ ਕੁਰਸੀ ਉਹੀ ਰਾਜ ਕਰਨ ਵਾਲੀਆਂ ਜੋ ਹੁੰਦੀਆਂ ਨੇ ਉਹਨਾਂ 'ਤੇ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਵੀ ਬਹਿ ਜਾਂਦਾ, ਉਹਨਾਂ 'ਤੇ ਹੀ ਇਹ ਸਾਰੇ ਜੋ ਅਸੀਂ ਹੁਣ ਅਗਾਂਹ ਦੇਖ ਰਹੇ ਹਾਂ ਇਹ ਵੀ ਬਹਿੰਦੇ ਨੇ। ਸੋ ਕੁਰਸੀਆਂ ਨਹੀਂ ਮਾੜੀਆਂ ਹੁੰਦੀਆਂ, ਪਰ ਕੁਰਸੀ ਕਿਸੇ ਕਿਸੇ ਦੀ ਧੌਣ 'ਤੇ ਅਸਰ ਕਰ ਜਾਂਦੀ ਹੈ ਨਾ, ਉਦੋਂ ਉਹ ਬੰਦੇ ਦੀ ਮੱਤ ਪੁੱਠੀ ਹੋ ਜਾਂਦੀ ਹੈ। ਉਸ ਸਮੇਂ ਮੈਨੂੰ ਲੱਗਦਾ ਹੈ ਕਿ ਜੇ ਫਰਾਂਸ ਵਿੱਚ ਲੋਕ ਬਗਾਵਤ ਕਰਕੇ ਇਹੋ ਜਿਹਿਆਂ ਨੂੰ ਥੱਲੇ ਲਾ ਸਕਦੇ ਸਨ ਤਾਂ ਪੰਜਾਬੀ ਤਾਂ ਉਹਨਾਂ ਤੋਂ ਪਹਿਲਾਂ ਤੋਂ ਬਹੁਤ ਤਗੜੇ ਨੇ। ਇਹ ਗਲਤ ਹੈ ਕਿ ਪੰਜਾਬ ਮਾੜਾ ਹੋ ਗਿਆ, ਬਿਲਕੁਲ ਨਹੀਂ। ਪੰਜਾਬ ਤੇ ਉਸੇ ਤਰ੍ਹਾਂ ਹਰਿਆ ਭਰਿਆ ਤਾਂ ਇੰਚ ਇੰਚ ਤੇ ਲਹੂ ਹੈ ਉਸੇ ਨਾਲੇ ਪ੍ਰਫੁੱਲਿਤ ਹੋਇਆ ਸੀ। ਤਾਂ ਸਾਡੀ ਪੌਦ ਸਿਰਫ ਉਹਨੂੰ ਸਹੀ ਸੇਧ ਦੇਣ ਵਾਲਿਆਂ 'ਚ ਕਮੀ ਹੈ ਸਾਡੀ। ਦੇਖੋ ਨਾ, ਤੁਹਾਨੂੰ ਜੇ ਮਹੀਨੇ ਦੇ 1500 ਰੁਪਏ ਮਿਲ ਰਹੇ ਹੋਣ, ਕੋਈ ਕੰਮ ਦਿੱਤਾ ਜਾਏ, ਕੀ ਤੁਸੀਂ ਕਰ ਸਕੋਗੇ ਚੱਜ ਨਾਲ? ਸਾਡੇ ਤਾਂ ਧਰਮ ਦੀ ਜੋ ਵਿਆਖਿਆ ਕਰਨ ਵਾਲਿਆਂ ਨੂੰ ਵੀ ਅੱਗੇ ਛੱਡਿਆ ਇੰਨੇ ਕੁ ਰੁਪਇਆਂ ਵਿੱਚ ਸਾਰ ਦਿੰਦੇ ਨੇ। ਤੇ ਦੂਜੇ ਪਾਸੇ ਇਸੇ ਹੀ ਥਾਂ ਤੇ ਜੇ ਮੇਰਾ ਕੋਈ ਇੱਕ ਈਸਾਈ ਵੀਰ ਆ ਕੇ ਕਹਿੰਦਾ ਕਿ ਮੈਂ ਆਓ ਮੇਰੇ ਕੋਲ, ਤੁਹਾਡੇ ਜਿੰਨੇ ਮਹੀਨੇ ਦੇ ਰਾਸ਼ਨ ਵੀ ਮੈਂ ਦੇ ਰਿਹਾ, ਸਾਰੀ ਕੁੜੀ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਚੁੱਕ ਦਿਆਂ, ਆਓ ਮੇਰੀ ਸ਼ਰਨ ਵਿੱਚ ਆਓ, ਮੈਂ ਕਰਵਾਨਾ ਸਾਰਾ ਕੁਛ, ਤਾਂ ਜਿਹੜਾ ਲੋੜਵੰਦ ਹੈ ਉੱਥੇ ਤੱਕ ਅਸੀਂ ਪਹੁੰਚ ਕਿਉਂ ਨਹੀਂ ਕਰ ਰਹੇ? ਜੇ ਅਸੀਂ ਰੱਜਿਆਂ ਨੂੰ ਰਜਾ ਸਕਦੇ ਹਾਂ ਸੜਕਾਂ 'ਤੇ ਰੋਕ ਕੇ, ਤਾਂ ਫਿਰ ਇਹ ਲੋੜਵੰਦ ਜਿਨ੍ਹਾਂ ਲਈ ਮੈਂ ਕੇਰਲ ਦੇ ਇੱਕ ਪਿੰਡ ਵਿੱਚ ਗਈ ਸਾਂ, ਮੈਨੂੰ ਉੱਥੋਂ ਅਕਲ ਆਈ ਕਿ ਅੱਛਾ ਇਹ ਵੀ ਕੀਤਾ ਜਾ ਸਕਦਾ, ਜਿੱਥੇ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਰੋਟੀ ਬੈਂਕ ਬਣਾਇਆ। ਉਹ ਕੀ ਚੀਜ਼ ਹੈ ਬਈ? ਕਹਿਣ ਲੱਗੇ ਅਸੀਂ ਪਿੰਡ ਵਿੱਚ ਇਹ ਫੈਸਲਾ ਕਰ ਲਿਆ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ। ਸੋ ਰਾਤ ਨੂੰ ਸਾਰੇ ਜਣੇ ਜਾਂਦੇ ਨੇ, ਇੱਕ ਇੱਕ ਰੋਟੀ ਹਰ ਘਰ 'ਚੋਂ ਕਹਿ ਤਾ ਤੁਸੀਂ ਦੇ ਦਿਓ, ਇੱਥੇ ਆਪਣੇ ਆਪ ਹੁਣ ਤਾਂ ਰੱਖ ਜਾਂਦੇ ਨੇ। ਸੋ ਜਿੰਨੇ ਸਾਡੇ ਪਿੰਡ ਵਿੱਚ 10 ਲੋੜਵੰਦ ਨੇ, ਰੋਟੀ ਹਰ ਘਰ ਪਹੁੰਚ ਜਾਂਦੀ। ਕਿੱਡੀ ਸਿੰਪਲ ਜੀ ਗੱਲ। ਤੇ ਅਸੀਂ ਕਿਉਂ ਲੋੜਵੰਦਾਂ ਵੱਲੋਂ ਅਸੀਂ ਅੱਖਾਂ ਪਰੇ ਕਰ ਲਈਆਂ? ਯਾਨੀ ਧਿਆਨ ਕਰੀਏ ਕਿ ਇੱਕ ਅਹਿਮ ਗੱਲ ਅੱਜ ਦੱਸਣ ਲੱਗੀਆਂ, ਕ੍ਰਾਂਤੀ ਭੁੱਖੇ ਢਿੱਡ ਆਇਆ ਕਰਦੀ ਜੇ, ਰੱਜੇ ਪੁੱਜੇ ਕ੍ਰਾਂਤੀ ਨਹੀਂ ਲਿਆ ਸਕਦੇ। ਸੋ ਜੇ ਕ੍ਰਾਂਤੀ ਲਿਆਉਣ ਵਾਲੇ ਇਹ ਢਿੱਡ ਕਿਸੇ ਹੋਰ ਪਾਸੇ ਤੁਰ ਗਏ ਨਾ, ਪੰਜਾਬ ਦੀ ਸ਼ਕਲ ਸੂਰਤ ਸਦੀਵੀ ਤੌਰ 'ਤੇ ਬਦਲ ਜਾਏਗੀ। ਬਹੁਤ ਮਿਹਰਬਾਨੀ। ਬਹੁਤ ਜਿੱਥੋਂ ਤੱਕ ਸਵਾਲ ਪੰਜਾਬ ਦੇ, ਕਿਉਂਕਿ ਪੰਜਾਬ ਜਾਣਿਆ ਜਾਂਦਾ ਅਣਖ ਦੇ ਨਾਲ, ਰੁਤਬੇ ਦੇ ਨਾਲ, ਮੜਕ ਦੇ ਨਾਲ, ਬੜਕ ਦੇ ਨਾਲ, ਰੜਕ ਦੇ ਨਾਲ, ਪਰ ਜੋ ਤਸਵੀਰਾਂ ਸਾਹਮਣੇ ਦਿਖਾਈ ਦੇ ਰਹੀਆਂ ਉਹ ਤੋਂ ਵਾਕਿਆ ਲੱਗਦਾ ਕਿ ਸਾਡਾ ਪੰਜਾਬੀ ਪੁਣਾ, ਸਾਡਾ ਪੰਜਾਬ, ਸਾਡੀ ਪੰਜਾਬੀ, ਸਾਡੀ ਪੰਜਾਬੀਅਤ ਸਾਰੀ ਖਤਰੇ 'ਚ ਹੈ। ਇਹ ਸਮਝਣਾ ਪਏਗਾ ਪੰਜਾਬੀਆਂ ਨੂੰ, ਫੁਕਰਪੁਣਾ ਵੀ ਛੱਡਣਾ ਪਏਗਾ ਤੇ ਬੇਫਿਕਰੇ ਤੋਂ ਜਾਏ ਫਿਕਰ ਕਰਨਾ ਪਏਗਾ। ਕਰਮਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਪਟਿਆਲਾ।